Very good evening to all। ਅੱਜ ਆਪਾਂ ਕਰਾਂਗੇ ਸਰਕਲ ਦਾ ਡੇ ਨੰਬਰ 2। ਡੇ 1 ਹੋ ਚੁੱਕਾ ਸੀ। ਫਰਾਈਡੇ ਨੂੰ ਆਪਣੀ ਕਲਾਸ ਲੱਗੀ ਸੀ, ਉਸ ਤੋਂ ਬਾਅਦ 2 ਡੇਜ਼ ਦੀ ਹੌਲੀਡੇ ਸੀ, ਸੈਟਰਡੇ ਦੀ ਔਰ ਸੰਡੇ ਦੀ। ਸੰਡੇ ਤਾਂ ਆਪਣੀ ਹੌਲੀਡੇ ਹੁੰਦੀ ਹੀ ਹੈ, ਤਾਂ ਸੈਟਰਡੇ ਦੀ ਆਪਾਂ ਹੌਲੀਡੇ ਰੱਖੀ ਸੀ। ਤਾਂ ਆਪਾਂ 2 ਡੇਜ਼ ਦੇ ਬਾਅਦ ਮਿਲਦੇ ਹਾਂ। ਤਾਂ ਦੇਖੋ ਜੀ, ਸਰਕਲ ਦਾ ਆਪਣਾ ਬਸ ਥੋੜਾ ਜਿਹਾ ਪਾਰਟ ਰਹਿ ਗਿਆ ਸੀ, ਲਗਭਗ ਮੋਸਟਲੀ ਕੰਪਲੀਟ ਹੋ ਚੁੱਕਾ ਸੀ। ਅੱਜ ਜਿੰਨਾ ਵੀ ਪਾर्ट रह गया वो आप कवर करके तो अपना ਜਿਹੜਾ ਕੋਨਿਕ ਸੈਕਸ਼ਨ ਆ ਉਹ ਬਿਲਕੁਲ ਕੰਪਲੀਟ ਹੋ ਜਾਏਗਾ। ਤਾਂ ਫਿਰ ਆਪਾਂ ਇਹਨਾਂ ਦੇ ਪ੍ਰੀਵੀਅਸ ਈਅਰ ਐਮਸੀਕਿਊ ਆਪਾਂ ਡਿਸਕਸ ਕਰਾਂਗੇ ਕੱਲ ਦੇ ਵਿੱਚ, ਠੀਕ ਹੈ ਜੀ। ਤਾਂ ਚਲੋ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਤਾਂ ਪਲੀਜ਼ ਤੁਸੀਂ ਦੱਸ ਦਿਓ ਕਿ ਆਡੀਓ ਵੀਡੀਓ ਬਿਲਕੁਲ ਕਲੀਅਰ ਹੈ, ਓਕੇ ਹੈ, ਠੀਕ ਹੈ ਜੀ। ਹਾਂ, ਇਹ ਹੋਰ ਗੱਲ ਹੋਰ ਜੋ ਸਾਂਝੀ ਕਰਨੀ ਹੈ ਤੁਹਾਡੇ ਨਾਲ ਕਿ ਪੋਸਟਾਂ ਆਉਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ। रोज कोई ना कोई नोटिफिकेशन कोई ना कोई ਤਾਂ ਮੇ ਵੀ ਹੋ ਸਕਦਾ ਪੋਸਟਾਂ ਆ ਜਾਣ। ਤਾਂ ਤੁਸੀਂ ਆਪਣੀ ਪੜ੍ਹਾਈ ਦੇ ਕੋਈ ਵੀ ਕਮੀ ਨਾ ਛੱਡੋ। ਜੋ ਵੀ ਕਲਾਸ ਨਹੀਂ ਲਗਾ ਰਹੇ ਰੈਗੂਲਰ, ਇਹ ਕਹਿ ਕੇ ਕਲਾਸ ਨਹੀਂ ਲਗਾ ਰਹੇ ਕਿ ਜਦੋਂ ਪੋਸਟਾਂ ਆਈਆਂ ਉਦੋਂ ਦੇਖੀ ਜਾਏਗੀ, ਤਾਂ ਉਦੋਂ ਕੁਛ ਨਹੀਂ ਬਣਨਾ। ਮਿਨੀਮਮ 20 to 25 ਡੇਜ਼ ਹੀ ਮਿਲਣੇ ਨੇ ਐਗਜ਼ਾਮ ਦੇ ਲਈ, ਉਦੋਂ ਜ਼ਿਆਦਾ ਕੁਛ ਨਹੀਂ ਹੋਣਾ। ਬਸ ਅਗਰ ਐਗਜ਼ਾਮ ਆਉਂਦਾ ਵੀ ਹੈ ਤਾਂ ਐਗਜ਼ਾਮ ਆਏਗਾ ਜਸਟ 12-15 ਡੇਜ਼ ਮਿਲਣਗੇ ਐਗਜ਼ਾਮ ਫਾਰਮ ਫਿਲ ਕਰਨ ਵਾਸਤੇ, ਤੇ ਬਸ 20 ਡੇਜ਼ ਹੀ ਮਿਲਣਗੇ ਐਗਜ਼ਾਮ ਹੋਣ ਲਈ। ਬਸ ਇੰਨਾ ਕੁ ਜ਼ਿਆਦਾ ਟਾਈਮ ਮਿਲਦਾ ਹੈ, ਮੈਕਸਿਮਮ 1 ਮੰਥ ਦਾ ਲਾਸਟ ਹੈ। ਇਸ ਕਰਕੇ ਆਪਣੀ ਪ੍ਰਿਪਰੇਸ਼ਨ ਹੁਣੇ ਤੋਂ ਹੀ ਚਾਲੂ ਰੱਖੋ। ਜੋ ਕਹਿ ਰਹੇ ਨੇ ਕਿ ਹਾਂ ਅਸੀਂ ਉਦੋਂ ਕਰਾਂਗੇ ਜਦੋਂ ਐਗਜ਼ਾਮ ਆਏਗਾ, ਤਾਂ ਇਹ ਉਹ ਵਾਲਾ ਸਮਾਂ ਨਹੀਂ ਹੈ ਕਿ 6 ਮਹੀਨੇ 7 ਮਹੀਨੇ ਆਪਾਂ ਨੂੰ ਮਿਲ ਜਾਣਗੇ। ਹੁਣ ਉਹ ਟਾਈਮ ਨਹੀਂ ਹੈਗਾ। ਹੁਣ ਅਗਰ ਪੇਪਰ ਆਪਣਾ ਆਉਂਦਾ ਹੈ ਤਾਂ ਸਿਰਫ ਆਪਾਂ ਨੂੰ 20 to 30 ਡੇਜ਼ ਮੈਕਸਿਮਮ ਮਿਲਣਗੇ ਬਸ। ਤਾਂ ਇਦਾਂ ਇਹ ਸੋਚ ਕੇ ਨਾ ਚੱਲੋ ਕਿ ਜਦੋਂ ਪੇਪਰ ਆਏਗਾ ਉਦੋਂ ਪੜਾਂਗੇ, ਉਦੋਂ ਕੁਛ ਨਹੀਂ ਬਣਨਾ। ਫਿਰ ਜੋ ਹੁਣ ਪੜ੍ਹ ਰਹੇ ਨੇ, ਹੁਣ ਮਿਹਨਤ ਕਰ ਰਹੇ ਨੇ, ਉਹਨਾਂ ਨੂੰ ਹੀ ਇਸੇ ਦਾ ਫਲ ਮਿਲੇਗਾ, ਠੀਕ ਹੈ ਜੀ। ਤਾਂ ਵੀ ਰੈਗੂਲਰ ਇਨ ਕਲਾਸ, ਡੇਲੀ ਕਲਾਸ ਲਗਾਓ। ਤੁਹਾਡੇ ਲਈ ਹੀ ਇੰਨੀ ਮਿਹਨਤ ਕੀਤੀ ਜਾਂਦੀ ਹੈ ਨਾ, ਤੁਸੀਂ ਕਲਾਸ ਜ਼ਰੂਰ ਲਗਾਓ। ਐਂਡ ਦਾ ਕਲਾਸ ਦੇਖੋ, ਨਹੀਂ ਕੁਝ ਸਮਝ ਆਉਂਦਾ ਤਾਂ ਪੁੱਛੋ, ਡਿਸਕਸ ਕਰੋ। ਹਾਂ, ਬਸ ਇਹੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਕਿ ਪੋਸਟਾਂ ਆਉਣ ਦੇ ਜੋ ਚਾਂਸ ਨੇ ਉਹ ਬਣੇ ਹੋਏ, ਠੀਕ ਹੈ ਜੀ। ਇਹ ਸੀਗੀ ਆਪਣੀ ਆਊਟਸਾਈਡਰ ਜਾਣਕਾਰੀ। ਤਾਂ ਚਲੋ ਆਪਾਂ ਕਲਾਸ ਸ਼ੁਰੂ ਕਰਦੇ ਹਾਂ। ਆਪਣਾ ਕੰਮ ਹੋ ਚੁੱਕਿਆ ਸਾਰਾ ਡੇ 1 ਦੇ ਵਿੱਚ। 18 MCQ ਆਈ ਥਿੰਕ ਡਿਸਕਸ ਕਰ ਲਏ ਸੀ। ਹਾਂਜੀ, 18 MCQ ਡਿਸਕਸ ਕਰੇ ਸੀ। ਇੱਥੋਂ ਤੱਕ ਆਪਣਾ ਕੰਮ ਹੋ ਚੁੱਕਿਆ ਸੀ। ਚਲੋ ਜੀ, ਅੱਜ ਆਪਾਂ ਕਰਦੇ ਹਾਂ ਇਕੁਏਸ਼ਨ ਆਫ ਟੈਂਜੈਂਟ ਤੋਂ ਸ਼ੁਰੂਆਤ। ਦੇਖੋ ਸਾਰਿਆਂ ਦੇ ਵਿੱਚ ਹੀ ਆਪਾਂ ਸੇਮ ਗੱਲ ਕਰਦੇ ਆ ਰਹੇ ਹਾਂ। ਇਕੁਏਸ਼ਨ ਆਫ ਟੈਂਜੈਂਟ ਵੀ ਇਹਦੇ ਵਿੱਚ ਵੀ ਸੇਮ ਹੋਏਗੀ। ਪੂਰੇ ਕੋਨਿਕ ਦੇ ਵਿੱਚ ਇਕੁਏਸ਼ਨ ਆਫ ਟੈਂਜੈਂਟ ਹੈ ਜਿਹੜੀ ਸੇਮ ਰਹਿਣੀ ਹੈ। ਕੀ ਹੁੰਦੀ ਹੈ ਇਕੁਏਸ਼ਨ ਆਫ ਟੈਂਜੈਂਟ? t ਇਕੁਅਲ ਟੂ 0। ਇਹ ਪੂਰੇ ਕੋਨਿਕ ਦੇ ਵਿੱਚ ਸੇਮ ਚੱਲਣੀ ਹੈ। t ਇਕੁਅਲ ਟੂ 0 ਦਾ ਮਤਲਬ x ਸਕੁਅਰ ਨੂੰ ਆਪਾਂ ਪੁੱਟ ਕਰਨਾ ਹੈ x ਇੰਟੂ x1, y ਸਕੁਅਰ ਨੂੰ ਆਪਾਂ ਪੁੱਟ ਕਰਨਾ ਹੈ y y1, x ਨੂੰ ਆਪਾਂ ਪੁੱਟ ਕਰਨਾ ਹੈ x ਪਲੱਸ x1 ਅਪੋਨ 2, y ਨੂੰ ਆਪਾਂ ਪੁੱਟ ਕਰਨਾ ਹੈ y plus y1 2, ਠੀਕ ਹੈ ਜੀ। ਇਹ ਇਕੁਏਸ਼ਨ ਆਫ ਟੈਂਜੈਂਟ ਲਈ ਆਪਾਂ ਗੱਲ ਕਰੀਏ। ਤਾਂ ਦੂਜੇ ਨੰਬਰ ਤੇ ਅਗਰ ਆਪਾਂ ਫਾਈਂਡ ਕਰਨੀ ਹੋਵੇ ਇਕੁਏਸ਼ਨ ਆਫ ਪੋਲ, ਇਕੁਏਸ਼ਨ ਆਫ ਪੋਲ ਆਫ ਪੋਲਰ, ਉਹ ਆਪਾਂ ਕਿਵੇਂ ਫਾਈਂਡ ਕੀਤੀ ਸੀ? ਉਹ ਵੀ ਆਪਣੇ ਕੋਲ ਹੁੰਦੀ ਹੈ t ਇਕੁਅਲ ਟੂ 0। ਤੀਜੇ ਨੰਬਰ ਤੇ ਆਪਾਂ ਕਿਹਦੀ ਗੱਲ ਕੀਤੀ ਸੀ? ਤਾਂ ਇਕੁਏਸ਼ਨ ਆਫ ਟੈਂਜੈਂਟ ਹੁੰਦੀ ਹੈ, ਇੱਕ ਇਕੁਏਸ਼ਨ ਆਫ ਪੋਲ ਆਫ ਪੋਲਰ ਹੁੰਦੀ ਹੈ, ਔਰ ਇੱਕ ਕੀ ਹੁੰਦੀ ਹੈ? ਇਕੁਏਸ਼ਨ ਆਫ ਕੋਡ। ਅਗਰ ਇਕੁਏਸ਼ਨ ਆਫ ਕੋਡ ਫਾਈਂਡ ਕਰਨੀ ਹੋਵੇ, ਇਹ ਵੀ ਆਪਣੇ ਕੋਲ ਹੁੰਦੀ ਹੈ t ਇਕੁਅਲ ਟੂ 0। ਚੌਥੇ ਨੰਬਰ ਤੇ ਆਪਣੇ ਕੋਲ ਹੁੰਦੀ ਹੈ ਇਕੁਏਸ਼ਨ ਆਫ ਕੋਡ। ਇਹ ਵੀ ਇਕੁਏਸ਼ਨ ਆਫ ਕੋਡ ਹੁੰਦੀ ਹੈ, ਬਟ ਕਿਹਦੇ ਲਈ? ਇਕੁਏਸ਼ਨ ਆਫ ਕੋਡ ਆਫ ਮਿਡ ਪੁਆਇੰਟ। ਅਗਰ ਮਿਡ ਪੁਆਇੰਟ ਦੀ ਗੱਲ ਹੋਵੇ, ਜਾਂ ਫਿਰ ਮਿਡ ਪੁਆਇੰਟ ਲਿਖਿਆ ਹੋਵੇ ਜਾਂ ਵਾਈ ਸੈਕਟਰ ਲਿਖਿਆ ਹੋਵੇ, ਵਾਈ ਸੈਕਟਰ, ਮਿਡ ਪੁਆਇੰਟ ਜਾਂ ਵਾਈ ਸੈਕਟਰ, ਤਾਂ ਇਹ ਹੁੰਦੀ ਹੈ t ਇਕੁਅਲ ਟੂ s1। S1 ਆਪਣਾ ਕੀ ਹੋਏਗਾ ਇੱਥੇ? S1 ਹੋਏਗਾ x ਨੂੰ ਆਪਾਂ ਚੇਂਜ ਕਰ ਦਾਂਗੇ ਸਿੰਪਲੀ x1 ਨਾਲ, y ਨੂੰ ਆਪਾਂ ਚੇਂਜ ਕਰ ਦਾਂਗੇ ਸਿੰਪਲੀ y1 ਨਾਲ। ਇਹ ਆਪਣਾ S1, ਠੀਕ ਹੈ ਜੀ। ਤਾਂ ਪੰਜਵੇਂ ਨੰਬਰ ਤੇ ਗੱਲ ਜਿਹੜੀ ਆਪਣੀ ਹੁੰਦੀ ਹੈ ਇਕੁਏਸ਼ਨ ਆਫ ਪੇਅਰ ਆਫ ਟੈਂਜੈਂਟ। ਪੇਅਰ ਆਫ ਟੈਂਜੈਂਟ ਦੀ ਇਕੁਏਸ਼ਨ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਕੀ ਹੁੰਦੀ ਹੈ? t ਦਾ ਸਕੁਅਰ s s1। t ਆਪਾਂ ਨੂੰ ਪਤਾ ਹੀ ਹੈ, ਏਦਾਂ ਫਾਈਂਡ ਕਰਾਂਗੇ ਆਪਾਂ।
आप सारा पुट करके एस एस मतलब ए सेम इक्वेशन ਨੂੰ ਐਜ਼ ਇਟ ਇਜ਼ ਰੱਖਣਾ ਔਰ S1 ਆਪਾਂ ਇਦਾਂ ਫਾਈਂਡ ਕਰ ਤਾਂ ਇਹ ਆਪਣੇ ਕੋਲ ਜਿਹੜੀਆਂ ਪੰਜ ਇਕੁਏਸ਼ਨ ਨੇ ਟੈਂਜੈਂਟ ਦੀ ਇਕੁਏਸ਼ਨ ਪੋਲ ਦੀ ਪੋਲਰ ਦੀ ਇਕੁਏਸ਼ਨ ਆਫ ਕੋਡ ਆਫ ਮਿਡ ਪੁਆਇੰਟ ਜਾਂ ਵਾਈ ਸੈਕਟਰ ਜਾਂ ਇਕੁਏਸ਼ਨ ਆਫ ਪੇਅਰ ਆਫ ਟੈਂਜੈਂਟ ਇਹ ਸਾਰੀਆਂ ਪੰਜੇ ਦੀਆਂ ਪੰਜੇ ਇਕੁਏਸ਼ਨਾਂ ਜਿਹੜੀਆਂ ਹੈਗੀਆਂ ਇਹ ਪੂਰੇ ਕੋਨਿਕ ਦੇ ਵਿੱਚ ਸੇਮ ਰਹਿਣਗੀਆਂ ਤੁਸੀਂ ਦੇਖ ਹੀ ਲਿਆ ਹੋਣਾ ਆਪਾਂ ਹਰ ਇੱਕ ਕਲਾਸ ਦੇ ਵਿੱਚ ਇਹਨੂੰ ਡਿਸਕਸ ਕੀਤਾ ਹਰ ਇੱਕ ਟੌਪਿਕ ਦੇ ਵਿੱਚ ਚਾਹੇ ਉਹ ਪੈਰਾਬੋਲਾ ਹੋਵੇ ਐਲਿਪਸ ਹੋਵੇ ਹਾਈਪਰਬੋਲਾ ਹੋਵੇ ਜਾਂ ਸਰਕਲ ਹੋਵੇ ਤਾਂ ਆਪਾਂ ਇਹ ਪੰਜਾਂ ਗੱਲਾਂ ਨੂੰ ਹਰੇਕ ਦੇ ਵਿੱਚ ਇੱਕ ਵਾਰ ਜ਼ਰੂਰ ਕੀਤਾ ਤਾਂ ਕਿ ਤੁਹਾਨੂੰ ਯਾਦ ਹੋ ਜਾਣ ਕਲੀਅਰਲੀ ਤਾਂ ਇਹ ਡਾਇਰੈਕਟ ਵੀ ਪੁੱਛਿਆ ਜਾ ਸਕਦਾ ਕਿ ਇਕੁਏਸ਼ਨ ਆਫ ਕੋਡ ਕੀ ਹੋਏਗੀ t equal to 0 t equal to 1 t equal to s1 ਤਾਂ ਵੈਸੇ ਆਪਾਂ ਨੂੰ ਫਾਈਂਡ ਕਰਨੀ ਵੀ ਆ ਸਕਦੀ ਹੈ ਐਗਜ਼ਾਮ ਠੀਕ ਹੈ ਜੀ ਤਾਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਕਿ ਇਕੁਏਸ਼ਨ ਆਫ ਟੈਂਜੈਂਟ ਪੋਲ ਪੁੱਛ ਲਈ ਤਾਂ ਕੀ ਆਏਗਾ ਇਕੁਏਸ਼ਨ ਆਫ ਕੋਡ ਪੁੱਛ ਲਈ ਤਾਂ ਤੁਸੀਂ ਇਹ ਗੱਲਾਂ ਨੂੰ ਯਾਦ ਕਰ ਲਓ t अब ਸਾਨੂੰ ਕੱਢਣਾ ਆਈ ਗਿਆ x ਕੇ ਨੂੰ x1 ਪੁੱਟ ਕਰਨਾ ਹੈ y ਕੇ ਨੂੰ y1 ਪੁੱਟ ਕਰਨਾ ਹੈ और x ਨੂੰ ਪੁੱਟ ਕਰਨਾ ਹੈ x plus x1 y2 और y ਨੂੰ ਪੁੱਟ ਕਰਨਾ y plus y1 upon 2 ਠੀਕ ਹੈ ਜੀ ਕਲੀਅਰ ਹੁਣ ਆਪਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈ ਲੈਂਦੇ ਆ ਜਿਵੇਂ ਆਪਣੇ ਕੋਲ x ਸਕੁਅਰ plus y ਸਕੁਅਰ ਇਕੁਅਲ ਟੂ a ਸਕੁਅਰ ਇਹ ਸਰਕਲ ਹੈ ਇਹ ਸਰਕਲ ਗਿਵਨ ਹੈ ਤਾਂ ਆਪਾਂ ਨੂੰ ਇੱਥੋਂ ਕੀ ਫਾਈਂਡ ਕਰਨੀ ਹੈ ਇਕੁਏਸ਼ਨ ਆਫ ਟੈਂਜੈਂਟ ਤਾਂ ਆਪਾਂ ਕੀ ਕਰਾਂਗੇ x ਸਕੁਅਰ ਨੂੰ ਪੁੱਟ ਕਰ ਦਾਂਗੇ x1 plus y y1 ਇਕੁਅਲ ਟੂ a ਸਕੁਅਰ ठीक है जी बट ये ਆਪਾਂ ਨੂੰ ਇਕੁਏਸ਼ਨ ਆਫ ਟੈਂਜੈਂਟ ਕਿਸੇ ਨਾ ਕਿਸੇ ਪੁਆਇੰਟ ਤੇ ਫਾਈਂਡ ਕਰਨੀ ਪਏਗੀ ਜਿਹੜੀ ਕਿ x1 y1 ਇਹ ਪੁਆਇੰਟ ਜਿਹੜੇ ਨੇ x1 y1 ਤੇ ਆਪਣੀ ਜਿਹੜੀ ਹੈ ਇਕੁਏਸ਼ਨ ਹੈ ਸਰਕਲ ਦਾ ਟੈਂਜੈਂਟ ਦੀ ਹੁਣ ਇੱਥੇ ਆਪਾਂ ਨੂੰ ਕੁਝ ਵੀ ਦੇ a ਸਕੁਅਰ ਦੀ ਥਾਂ ਤੇ ਕੁਝ ਹੋ ਸਕਦਾ ਹੈ ਅਗਰ ਸਰਕਲ ਆਏਗਾ ਤੇ x1 y1 ਪੁਆਇੰਟ ਵੀ ਕੁਝ ਹੋ ਸਕਦੇ ਨੇ ਤਾਂ ਉਹਨੂੰ ਆਪਾਂ ਪੁੱਟ ਕਰ ਦਾਂਗੇ ਆਪਣੇ ਕੋਲ ਇਕੁਏਸ਼ਨ ਆਫ ਟੈਂਜੈਂਟ ਆ ਜਾਏਗੀ ਜਸਟ ਸਪੋਜ਼ ਕਰੋ ਤੁਸੀਂ जस्ट सपोज करो अपने को सर्कल दिता है x स्क्वायर प्लस y स्क्वायर इक्वल टू 9 आ सर्कल गिवन है तो ਆਪਾਂ ਨੂੰ ਇਕੁਏਸ਼ਨ ਆਫ ਟੈਂਜੈਂਟ ਪੁੱਛ ਲਈ ਉਹਨੇ 2 3 ਤੇ 2 3 ਪੁਆਇੰਟ ਤੇ ਪੁੱਛ ਹੁਣ ਕਿਵੇਂ ਕਰਾਂਗੇ x x1 प्लस y y1 इक्वल टू 9 ठीक है जी तो x1 ਦੀ ਜਗ੍ਹਾ ਕੀ ਰੱਖਣਾ ਆਪਾਂ ਨੇ 2 ਤਾਂ 2 ਰੱਖ ਦੋ 2x प्लस y1 ਦੀ ਜਗ੍ਹਾ ਤੇ ਆਪਾਂ ਨੇ ਕੀ ਰੱਖਣਾ 3 3y इक्वल टू 9 2x plus 3y is equal to 9 ਇਹ ਕੀ ਬਣ ਗਈ ਇਕੁਏਸ਼ਨ ਆਫ ਟੈਂਜੈਂਟ ਬਣ ਗਈ ਆਪਣੇ ਕੋਲ ਠੀਕ ਹੈ ਜੀ ਨਾਰਮਲ ਦੀ ਅਗਰ ਫਾਈਂਡ ਕਰਨੀ ਹੋਵੇ ਤਾਂ ਨਾਰਮਲ ਦੀ ਤੁਹਾਨੂੰ ਬਿਲਕੁਲ ਆਂਦੀ ਹੈ ਇੱਥੋਂ ਆਪਾਂ ਸਲੋਪ ਫਾਈਂਡ ਕਰਾਂਗੇ ਸਲੋਪ ਫਾਈਂਡ ਕਰ ਦਾਂਗੇ ਨੈਗੇਟਿਵ ਆਫ ਕੋਫੀਸ਼ੀਐਂਟ ਆਫ x ਅਪਨ ਕੋਫੀਸ਼ੀਐਂਟ ਆਫ y ਇਹ ਸਲੋਪ ਆਏਗੀ ਕੋਈ ਟੈਂਜੈਂਟ ਦੀ ਬਟ ਆਪਾਂ ਨੂੰ ਇਕੁਏਸ਼ਨ ਆਫ ਨਾਰਮਲ ਵਾਸਤੇ ਸਲੋਪ ਕਿਹਦੀ ਚਾਹੀਦੀ ਹੋਏਗੀ ਨੈਗੇਟਿਵ ਤੇ ਸਲੋਪ ਨੂੰ ਉਲਟਾ ਨੈਗੇਟਿਵ ਕਰ ਦਾਂਗੇ 3y2 ਤਾਂ ਹੋ ਜਾਏਗੀ ਆਪਣੇ ਕੋਲ y y1 ਸਲੋਪ 3y2 और x माइनस x1 x1 y1 पॉइंट अपन गिवन ने 2 और 3 ਉਹ ਪੁੱਟ ਕਰ ਦਾਂਗੇ ਤਾਂ ਉਹ ਬਣ ਜਾਏਗੀ ਇਕੁਏਸ਼ਨ ਆਫ ਨਾਰਮਲ ਮੈਂ ਦੋਨੋਂ ਗੱਲਾਂ ਇੱਕ ਦੇ ਵਿੱਚ ਹੀ ਦੱਸ ਆਪਾਂ ਨੂੰ ਇਕੁਏਸ਼ਨ ਆਫ ਨਾਰਮਲ ਦਾ ਅਲੱਗ ਤੋਂ ਫਾਰਮੂਲਾ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੰਨੇ ਫਾਰਮੂਲੇ ਆਪਣੇ ਕੋਲ ਨਹੀਂ ਯਾਦ ਹੋਣੇ ਹਰ ਇੱਕ ਫਾਰਮੂਲਾ ਕਨਫਿਊਜ਼ਿੰਗ ਕ੍ਰੀਏਟ ਕਰਦਾ ਹੈ ਤਾਂ ਆਪਾਂ ਇਕੁਏਸ਼ਨ ਆਫ ਟੈਂਜੈਂਟ ਦਾ ਫਾਰਮੂਲਾ ਆਪਣੇ ਬਿਲਕੁਲ ਯਾਦ ਹੋ ਚੁੱਕਿਆ ਚੰਗੀ ਤਰ੍ਹਾਂ ਆਪਾਂ ਕਿਉਂਕਿ ਜਿਹੜਾ ਇਕੁਏਸ਼ਨ ਆਫ ਨਾਰਮਲ ਦਾ ਫਾਰਮੂਲਾ ਹੈ ਉਹ ਹਰ ਇੱਕ ਲਈ ਅਲੱਗ ਹੈ ਹਾਈਪਰਬੋਲਾ ਲਈ ਅਲੱਗ ਹੈ ਪੈਰਾਬੋਲਾ ਲਈ ਅਲੱਗ ਹੈ ਸਰਕਲ ਲਈ ਅਲੱਗ ਹੈ ਔਰ ਐਲਿਪਸ ਲਈ ਅਲੱਗ ਹੈ ਬਟ ਆਪਾਂ ਇਕੁਏਸ਼ਨ ਆਫ ਨਾਰਮਲ ਦਾ ਫਾਰਮੂਲਾ ਕਿਉਂ ਯਾਦ ਕਰੀਏ ਜਦੋਂ ਆਪਾਂ ਨੂੰ ਸਿਰਫ ਟੈਂਜੈਂਟ ਦੇ ਫਾਰਮੂਲੇ ਤੋਂ ਹੀ ਇਕੁਏਸ਼ਨ ਆਫ ਨਾਰਮਲ ਮਿਲ ਰਹੀ ਹੈ ਤਾਂ ਫਿਰ ਆਪਾਂ ਇਕੁਏਸ਼ਨ ਆਫ ਟੈਂਜੈਂਟ ਦਾ ਫਾਰਮੂਲਾ ਆਪਣੇ ਲਰਨ ਹੈ ਤਾਂ ਆਪਾਂ ਉਸ ਤੋਂ ਹੀ ਥੋੜਾ ਜਿਹਾ ਅੱਗੇ ਪ੍ਰੋਸੀਡ ਕਰਕੇ ਨਾਰਮਲ ਦੀ ਇਕੁਏਸ਼ਨ ਫਾਈਂਡ ਕਰ ਸਕਦੇ ਕਲੀਅਰ ਜੀ ਗੱਲ ਸਾਰੀ ਅਗਰ ਇੰਨੀ ਗੱਲ ਕਲੀਅਰ ਹੈ ਤਾਂ ਪਲੀਜ਼ ਦੱਸ ਦਿਓ ਫਿਰ ਆਪਾਂ ਮੂਵ ਕਰਦੇ ਹਾਂ ਇੰਨੀ ਗੱਲ ਕਲੀਅਰ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ 2-3 ਕੁਐਸਚਨ ਹੋ ਗਏ ਸਾਰੀ ਜਿਹੜੀ ਕੋਨਿਕ ਦੀ ਗੱਲ ਆ ਉਹ ਆਪਾਂ ਇਸ ਪੇਜ ਦੇ ਉੱਤੇ ਕਰ ਲਈ ਤੁਸੀਂ ਇਹ ਮੰਨ ਕੇ ਚੱਲੋ ਵੀ ਸਾਰੇ ਕੋਨਿਕ ਦੇ ਵਿੱਚ ਇੱਥੋਂ ਇੱਕ ਕੁਐਸਚਨ ਪੱਕਾ ਹੀ ਆਣਾ ਇਕੁਏਸ਼ਨ ਆਫ ਟੈਂਜੈਂਟ ਪੁੱਛ ਸਕਦੇ ਆ equation of pole of polar equation of chord of midpoint equation of pair of tangent ਹਾਲਾਂਕਿ ਜਿਹੜਾ pair of tangent ਦਾ ਕੁਐਸਚਨ ਹੈ ਇਹ ਬਹੁਤ ਘੱਟ ਆਉਂਦਾ ਹੈ ਬਟ ਆ ਚਾਰ ਤਾਂ ਵੈਰੀ ਇੰਪੋਰਟੈਂਟ ਨੇ ਆ ਚਾਰ ਠੀਕ ਹੈ ਜੀ ਵੈਰੀ ਇੰਪੋਰਟੈਂਟ ਕਲੀਅਰ ਹੋ ਗਈ ਗੱਲ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਕੁਏਸ਼ਨ ਆਫ ਟੈਂਜੈਂਟ ਇਨ ਸਲੋਪ ਫਾਰਮ ਇਹ ਵੀ ਆਪਾਂ ਹਰ ਇੱਕ ਦੀ ਕੀਤੀ ਹੈ ਟੈਂਜੈਂਟ ਪੈਰਾਬੋਲਾ ਦੀ ਕੀਤੀ ਐਲਿਪਸ ਦੀ ਕੀਤੀ ਹਾਈਪਰਬੋਲਾ ਦੀ ਕੀਤੀ ਤਾਂ ਸਰਕਲ ਵੀ ਕਿਉਂ ਪਿੱਛੇ ਰਹੇ ਤਾਂ ਸਰਕਲ ਦੇ ਵੀ ਆਪਣੇ ਕੋਲ ਕੀ ਹੈ ਇੱਕ ਇਕੁਏਸ਼ਨ ਆਫ ਟੈਂਜੈਂਟ ਹੈ ਇਨ ਸਲੋਪ ਫਾਰਮ ਤਾਂ ਸਲੋਪ ਫਾਰਮ ਦੇ ਵਿੱਚ ਆਪਣੇ ਕੋਲ ਜਨਰਲੀ ਕੀ ਹੁੰਦਾ ਸੀਗਾ y mx ਪਲੱਸ ਅਸੀਂ ਇੱਕ ਆ ਹੁੰਦੀ ਸੀ ਇਹਦਾ ਸਲੋਪ ਕੀ ਆ ਗਿਆ ਸੀ ਆਪਣੇ ਕੋਲ m ਠੀਕ ਹੈ ਔਰ ਆਪਣੇ ਕੋਲ ਇੱਥੇ ਸਰਕਲ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਆਪਣੇ ਕੋਲ ਸਰਕਲ ਹੋਏਗਾ x ਸਕੁਅਰ ਪਲੱਸ y ਸਕੁਅਰ ਇਜ਼ ਇਕੁਅਲ ਟੂ a ਸਕੁਅਰ ਠੀਕ ਹੈ ਜੀ ਇਹ ਵਾਲਾ ਸਰਕਲ ਹੋਏਗਾ ਤਾਂ ਇੱਥੋਂ ਜਿਹੜੀ ਇਕੁਏਸ਼ਨ ਆਫ ਟੈਂਜੈਂਟ ਹੈ ਉਹ ਆਪਣੇ ਕੋਲ ਕੀ ਬਣੇਗੀ ਉਹ ਬਣ ਜੇਗੀ y ਇਕੁਅਲ ਟੂ mx ਪਲੱਸ y ਇਕੁਅਲ ਟੂ mx ਪਲੱਸ रूट ऑफ a स्क्वायर
1 plus m square where c equal to c square is equal to a square 1 plus m square। ਆ ਤੁਸੀਂ ਫਾਰਮੂਲਾ ਚੱਲ ਹਰ ਇੱਕ ਦੇ ਵਿੱਚ ਆਪਾਂ ਅਲੱਗ ਸੀ ਦਾ ਫਾਰਮੂਲਾ ਡਰਾਈਵ ਕੀਤਾ। ਉੱਥੇ ਪਲੱਸ ਮਾਈਨਸ ਹੁੰਦਾ ਸੀ, ਇੱਥੇ ਇਕੱਲਾ ਪਲੱਸ ਹੈ, ਪਲੱਸ ਮਾਈਨਸ। ਠੀਕ ਹੈ ਜੀ, ਤਾਂ ਇਹ ਤੁਸੀਂ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਨੋਟ ਕਰ ਲਓ ਤੇ ਇਹਨੂੰ ਯਾਦ ਕਰ। ਇਕੁਏਸ਼ਨ ਆਫ ਟੈਂਜੈਂਟ ਮੀਨਸ ਲੋ ਫਾਰਮ ਕੀ ਹੋਏਗੀ, y equal to mx plus a square 1 plus m square। ਕਲੀਅਰ ਹੋ ਗਈ ਗੱਲ? ਠੀਕ ਹੈ ਜੀ। ਚਲੋ ਲੈਂਥ ਆਫ ਟੈਂਜੈਂਟ, ਲੈਂਥ ਆਫ ਟੈਂਜੈਂਟ ਕਿਵੇਂ ਫਾਈਂਡ ਕਰਾਂਗੇ? ਲੈਂਥ ਆਫ ਟੈਂਜੈਂਟ ਆਪਾਂ ਫਾਈਂਡ ਕਰਨੀ ਹੈ ਕਿਸੇ ਪੁਆਇੰਟ ਤੋਂ, ਮੰਨ ਲਾ x1 y1 ਕੋਈ ਪੁਆਇੰਟ ਹੈ, ਇਸ ਤੋਂ ਆਪਾਂ ਕੀ ਫਾਈਂਡ ਕਰਨੀ ਹੈ, ਲੈਂਥ ਆਫ ਟੈਂਜੈਂਟ ਫਾਈਂਡ ਕਰਨੀ। ਤਾਂ ਉਹ ਆਪਣੇ ਕੋਲ ਕੀ ਹੋਏਗੀ, ਮੰਨ ਲਓ ਆਪਣੇ ਕੋਲ ਕੋਈ ਸਰਕਲ ਹੈ x ਸਕੁਅਰ ਪਲੱਸ y ਸਕੁਅਰ ਇਜ਼ ਇਕੁਅਲ ਟੂ a ਸਕੁਅਰ। ਇਹਦੇ ਇਹਦਾ ਜਿਹੜਾ ਟੈਂਜੈਂਟ ਹੋਏਗਾ ਉਹਦੀ ਲੈਂਥ ਆਪਾਂ ਫਾਈਂਡ ਕਰਨੀ ਹੈ। ਕੀ ਫਾਈਂਡ ਕਰਨੀ ਹੈ? ਲੈਂਥ ਫਾਈਂਡ ਕਰਨੀ ਹੈ ਇਸ ਤੋਂ x1 y1 ਪੁਆਇੰਟ। ਆ ਹੋਏਗੀ ਆਪਣੇ ਕੋਲ ਰੂਟ ਆਫ s1। ਰੂਟ ਆਫ s1 ਕੀ ਕਹਿੰਦਾ? s1 ਆਪਾਂ ਕਿਵੇਂ ਫਾਈਂਡ ਕਰਦੇ ਹਾਂ? ਸਿੰਪਲੀ x ਨੂੰ ਚੇਂਜ ਕਰਦੇ ਹਾਂ ਆਪਾਂ x1 ਚ, y ਨੂੰ ਚੇਂਜ ਕਰਦੇ ਹਾਂ y1 ਚ, ਯਾਨੀ ਕਿ ਰੂਟ ਆਫ s1 ਮੀਨਸ x1 ਦਾ ਸਕੁਅਰ ਪਲੱਸ y1 ਦਾ ਸਕੁਅਰ ਮਾਈਨਸ ਆਫ a ਸਕੁਅਰ। ਠੀਕ ਹੈ ਜੀ, x1 y1 ਆਪਾਂ ਨੂੰ ਕੋਈ ਪੁਆਇੰਟ ਦਿੱਤੇ। ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਇੱਕ, ਦੇਖੋ ਐਗਜ਼ਾਮਪਲ ਲੈ ਲਿਆ x ਸਕੁਅਰ ਪਲੱਸ y ਸਕੁਅਰ ਇਜ਼ ਇਕੁਅਲ ਟੂ ਕਿੰਨਾ ਦਿੱਤਾ ਹੋਇਆ ਆਪਾਂ ਨੂੰ? 5 ਦਾ ਸਕੁਅਰ ਦਿੱਤਾ ਹੋਇਆ। ਇਹ ਆਪਾਂ ਨੂੰ ਸਰਕਲ ਦਿੱਤਾ ਹੋਇਆ ਤੇ ਆਪਾਂ ਨੂੰ ਉਹਨੇ ਕਹਿਤਾ 4-5 ਪੁਆਇੰਟ ਤੋਂ ਲੈਂਥ ਆਫ ਟੈਂਜੈਂਟ ਫਾਈਂਡ ਕਰੋ। 4-5 ਟੈਂਜੈਂਟ, ਤਾਂ ਆਪਾਂ ਇਹਨੂੰ ਕੀ ਕਰਦਾਂਗੇ, ਰੂਟ ਦੇ ਅੰਦਰ x1 ਦਾ ਸਕੁਅਰ ਪਲੱਸ y1 ਦਾ ਸਕੁਅਰ ਮਾਈਨਸ 5 ਦਾ ਸਕੁਅਰ ਯਾਨੀ ਕਿ 25। ਹੁਣ x1 ਦੀ ਵੈਲਿਊ ਕਿੰਨੀ? 4 यानी कि 16 ਦਾ 16 प्लस 25 माइनस 25। अब पॉइंट पुट करते 25 ਨਾਲ 25 कैंसिल, रूट 16 इज इक्वल टू 4। तो लेंथ ऑफ टेंजेंट कितनी आ गई अपने को? 4। ऐदा आप लेंथ ऑफ टेंजेंट फाइंड कर सकते। ठीक है जी, क्लियर गल? ओके, कंडीशन ऑफ लाइन lx plus my plus n is equal to 0 टच सर्कल। जो सर्कल में टच करेगी तब सर्कल की इक्वेशन लिख दो पहला, एक्स स्क्वायर प्लस वाई स्क्वायर इज इक्वल टू ए स्क्वायर, और लाइन की अपने को एल एक्स प्लस एम वाई प्लस एन। यदि अपने को की होएगी, ये होएगी ए स्क्वायर एल स्क्वायर ए स्क्वायर एम स्क्वायर इज इक्वल टू एन स्क्वायर, ए स्क्वायर एल स्क्वायर प्लस ए स्क्वायर एम स्क्वायर इज इक्वल टू एन स्क्वायर। ठीक है जी, ये अपने को जो लाइन है एल एक्स प्लस एम वाई एल प्लस एम टच करेगी तो अपने को आ बन जाएगी कंडीशन। क्लियर? ਇੱਥੇ ਆਪਣੇ ਕੋਲ a ਸੀਗਾ, ਸੇਮ ਸੀ ਆਪਾਂ ਉਹਦੇ ਵਿੱਚ ਕੀਤਾ ਸੀ ਨਾ ਲਿਪਸ ਦੇ ਲਈ। ਲਿਪਸ ਲਈ ਆਪਾਂ ਕੀ ਕੀਤਾ ਸੀ, ਜ਼ਿਆਦਾ ਤੁਹਾਨੂੰ ਲਿਪਸ ਲਈ ਆਪਾਂ ਕੀਤਾ ਸੀ x ਸਕੁਅਰ ਅਪੋਨ a ਸਕੁਅਰ ਸੀਗਾ ਆਪਣੇ ਕੋਲ, y ਸਕੁਅਰ ਅਪੋਨ b ਸਕੁਅਰ ਇਜ਼ ਇਕੁਅਲ ਟੂ 1 ਸੀਗਾ। ਤਾਂ ਉੱਥੇ ਆਪਾਂ ਕੀਤਾ ਸੀ a ਸਕੁਅਰ l ਸਕੁਅਰ ਪਲੱਸ b ਸਕੁਅਰ m ਸਕੁਅਰ इज इक्वल टू एन स्क्वायर। बट इतने बी डिफरेंट सीगा, बट इतने सेम है तां करके ए स्क्वायर आएगा। क्लियर? ये पूरी गलबात क्लियर होगी जी तुहानू? अगर पूरी गलबात क्लियर है तो प्लीज दस दो, फिर आप अगे मूव करते। चलो जी, नंबर ऑफ कॉमन टेंजेंट बिटवीन टू सर्कल, वेरी इंपोर्टेंट कंसैप्ट। जिन्ना भी आप इहनू कह दईए वेरी इंपोर्टेंट कंसैप्ट है। इथों एक क्वेश्चन सर्कल दे विचों बनदे पूरे चांस है। तो ध्यान नाल समझना, एक कंसैप्ट लंबा भी कह सकते थोड़ा जा, थोड़ा जा टफ तो नहीं कह सकते अगर ध्यान नाल सुनांगे, बट हाँ जरूर लेंथी थोड़ा जा हो सकता है। ये दो तीन चीज़ां आपां नूं फाइंड करनियां पैंदियां ते इहदे विच जो तीन चार गल्लां आपां नूं याद रखनियां पैंदियां। ठीक है जी, तो मैं तुहानूं चारों गल्लां एक्सप्लेन कर दियांगा इत्थे वारी वारी, तो तुसीं बस ध्यान नाल सुनना, तुहाडा काम हैगा सुनन दा। तो डिलीट कर दिए, स्पेस बना ली। ठीक है जी, हम देखो मैं इतने एक लाइन लगा लेना, चार अपने को पॉइंट ना चार जगह बना लेना ताकि तुम बिल्कुल बढ़िया तरीके में क्लियर हो सके। ठीक है जी, तो अपने को की ने नंबर ऑफ कॉमन टेंजेंट बिटवीन टू सर्कल, नंबर ऑफ कॉमन टेंजेंट बिटवीन टू सर्कल। तो दो सर्कल केड़े केड़े दिते हो सकते आप, एक तो S1 सर्कल होएगा, एक S2 सर्कल होएगा। दो सर्कल होंगे, पहला सर्कल x1 का स्क्वायर प्लस y1 का स्क्वायर प्लस 2gx1 प्लस 2
2g(x1) और क्या बन गया 2f(y1) प्लस c इक्वल टू जी। एक सर्कल का हो गया, तो दूसरा सर्कल की होएगा x2 का स्क्वायर प्लस y2 का स्क्वायर 2g(x2) प्लस 2f(y2) प्लस c इक्वल टू या c1 c2 कॉन्स्टेंट भी डिफरेंट हो सकਦਾ c1 c2 ਠੀਕ ਹੈ ਜੀ। ਇਹਦੇ ਮਤਲਬ ਕਹਿਣ ਦਾ ਕੀ ਹੈ ਕਿ ਜਦੋਂ ਦੋ ਸਰਕਲ ਆਪਸ ਦੇ ਵਿੱਚ ਟੱਚ ਕਰਨਗੇ, ਦੂਰ ਹੋਣਗੇ ਜਾਂ ਇੱਕ ਦੂਜੇ ਦੇ ਅੰਦਰ ਹੋਣਗੇ ਜਾਂ ਕੁਝ ਵੀ ਹੋਵੇ, ਐਨੀਥਿੰਗ ਪੋਸੀਬਲ ਇਨ ਟੂ ਸਰਕਲਸ, ਤਾਂ ਉਦੋਂ ਕਿੰਨੇ ਟੈਂਜੈਂਟ ਬਣਨਗੇ ਜਾਂ ਮਤਲਬ ਉਹਨਾਂ ਦੇ ਕੀ ਹਾਲਾਤ ਹੋਣਗੇ। ਇਹਨਾਂ ਦੋ ਆਪਣੇ ਕੋਲ ਦੋ ਸਰਕਲ ਨੇ, ਇਹ ਦੋ ਸਰਕਲਾਂ ਦੇ ਕੀ ਹਾਲਾਤ ਹੋਣਗੇ, ਮਤਲਬ ਕਹਿਣ ਦਾ ਮਤਲਬ ਹੈ ਇਹਦੀਆਂ ਕੀ ਕੰਡੀਸ਼ਨਾਂ ਹੋਣਗੀਆਂ ਕਿ ਉਹ ਵੀ ਕਿਹੋ ਜਿਹਾ ਬਿਹੇਵ ਕਰਨਗੇ। ਕਹਿਣ ਦਾ ਮਤਲਬ ਹੈ ਵੀ ਇਹੋ ਜਿਹੀ ਕਿਹੜੀ ਕੰਡੀਸ਼ਨ ਹੋਏਗੀ ਜਿਸ ਕਰਕੇ ਉਹ ਉਸੇ ਤਰ੍ਹਾਂ ਦਾ ਹੀ ਬਿਹੇਵ ਕਰੇਗਾ। ਤਾਂ ਆਪਾਂ ਕੰਡੀਸ਼ਨਾਂ ਹੀ ਇੱਥੇ ਦੇਖਣਗੇ। ਤਾਂ ਆ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਚੱਲ ਗਿਆ ਦੋ ਸਰਕਲ ਗਿਵਨ ਨੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੇਸ ਫਸਟ ਦੀ। ਕੇਸ ਫਸਟ ਆਪਣੇ ਕੋਲ ਕੀ ਆਏਗਾ, ਕੇਸ ਫਸਟ ਹੈ ਅਗਰ ਆਪਣੇ ਕੋਲ ਪਹਿਲੇ ਸਰਕਲ ਦਾ ਰੇਡੀਅਸ ਕੀ ਹੋਏਗਾ r1, ਦੂਸਰੇ ਸਰਕਲ ਦਾ ਵੀ ਰੇਡੀਅਸ, ਦੂਸਰੇ ਸਰਕਲ ਦਾ ਰੇਡੀਅਸ, ਪਹਿਲੇ ਸਰਕਲ ਦਾ ਰੇਡੀਅਸ ਕੀ ਹੋਏਗਾ, ਮੈਂ ਇੱਥੇ ਲਿਖ ਦਿੰਦਾ r1 और सेंटर की होएगा ਇਹਦਾ, ਪਹਿਲੇ ਸਰਕਲ ਦਾ ਸੈਂਟਰ ਹੋਏਗਾ c1, ਦੂਸਰੇ ਦਾ ਜਿਹੜਾ ਰੇਡੀਅਸ ਹੋਏਗਾ r2 और ਸੈਂਟਰ ਕੀ ਹੋਏਗਾ c2। ਠੀਕ ਹੈ ਜੀ, ਮੈਂ ਦੋਨੋਂ ਗੱਲਾਂ ਲਿਖਤੀਆਂ, r2 ਰੇਡੀਅਸ c2 ਸੈਂਟਰ, r1 ਰੇਡੀਅਸ c1। ਅਗਰ ਪਹਿਲੇ ਸਰਕਲ ਦਾ ਰੇਡੀਅਸ ਪਲਸ ਦੂਸਰੇ ਸਰਕਲ ਦਾ ਰੇਡੀਅਸ, ਦੋਨਾਂ ਦਾ ਜਿਹੜਾ ਸੈਂਟਰਾਂ ਦਾ ਰੇਡੀਅਸ ਹੈ ਐਡ ਕਰ ਦਈਏ और c1 ਤੇ c2 ਦੇ ਵਿਚਾਲੇ ਡਿਸਟੈਂਸ ਫਾਈਂਡ ਕਰ ਦਈਏ। c1 ਤੇ c2 ਦੇ ਵਿਚਾਲੇ ਡਿਸਟੈਂਸ यानी कि सेंटर्स ਦੇ ਵਿਚਾਲੇ c1 ਤੇ c2 ਦੇ ਵਿਚਾਲੇ ਅਗਰ ਆਪਾਂ ਡਿਸਟੈਂਸ ਫਾਈਂਡ ਕਰ ਲਈਏ, अगर ये बराबर आ जान c1 c2 ਤੇ ਡਿਸਟੈਂਸ ਫਾਈਂਡ ਕਰ ਲਈਏ, अगर ये बराबर आ जान ਤਾਂ ਆਪਣੇ ਕੋਲ ਕੀ ਹੋਏਗਾ ਫਿਰ, ਇਹ ਕਰਨਗੇ ਟੱਚ ਐਕਸਟਰਨਲੀ, ਕੀ ਕਰਨਗੇ ਟੱਚ, ਇਹ ਟੱਚ ਕਰਨਗੇ ਐਕਸਟਰਨਲੀ। ठीक है जी, टच करनेंगे एक्सटर्नली। किदा देखो एक आ सर्कल और एक आ सर्कल, बस इन्ना टच कर लेंगे एक दूजे। तो देखो टेंजन किन्ने बनते हैं, एक टेंजन तो ऐ बन सकती है दोनों के उत्तों की, एक थलों की बन सकती है, एक इन्हों के विचाले बन सकती। कॉमन टेंजन देखनी आप, ऐ तो इधर भी बन सकती है इधर भी बन सकती है, बट कॉमन नहीं होगी। तो कॉमन देखो, कॉमन एक आ वाली, एक आ वाली दो, एक आ वाली तीन, तो तीन टेंजट आ जड़ियाँ कॉमन होंगी। ठीक है जी, गल क्लीयर होगी तुहानू। एक बार इनू देख लो चंगी तरह, r1 प्लस r2 इक्वल टू c1 c2। बोलिया r1 प्लस r2 इक्वल टू c1 प्लस c2। अगर ये कंडीशन अपने को होंगी है तो ये अपने को की करनगे टच एक्सटर्नली कर। ठीक है जी, क्लियर। तो c1 c2 ਜਿਹੜੇ ਹੈਗੇ ਨੇ ਇਹ ਸੈਂਟਰ ਨੇ ਆਪਣੇ ਕੋਲ, ਭੁਲੇਖੇ ਨਾਲ ਵੀ ਆ c1 c2 ਨਹੀਂ ਲੈਣੇ ਕਨਸਟੈਂਟ ਵਾਲੇ। ਇਹਨਾਂ ਦੇ ਵਿਚਕਾਰ ਡਿਸਟੈਂਸ ਕਿਵੇਂ ਨਿਕਲੇਗੀ, ਡਿਸਟੈਂਸ ਤਾਂ ਸੈਂਟਰ ਦੇ ਵਿਚਕਾਰ ਨਿਕਲੇਗੀ ਨਾ, ਆਹ ਵਾਲੀ ਦੇਖੋ ਆਹ ਡਿਸਟੈਂਸ, ਇੱਕ ਆਹ ਸੈਂਟਰ, ਇੱਕ ਆਹ c1 ਹੈ, ਆਹ c2 ਹੈ, ਇਹਨਾਂ ਦੇ ਵਿਚਕਾਰ ਦੀ ਡਿਸਟੈਂਸ ਆਹ ਲੈਣੀ ਆਪਾਂ c1 c2। ਠੀਕ ਹੈ, ਕਿਤੇ ਆਹ c1 c2 ਨਹੀਂ ਫਿਰ ਇਹ ਨਹੀਂ ਲੈਣੇ। ਇਹਦੇ ਵਿੱਚ ਆਹੀ ਗੱਲ ਜਿਹੜੀ ਮੇਨ ਆ ਉਹ ਆਹੀ ਹੈ, ਕੋਈ ਇਹਨੂੰ ਜਲਦੀ ਦੱਸਦਾ ਨਹੀਂ, ਸਿੰਪਲੀ ਆਪਣੇ ਕੋਲ ਲਿਖਿਆ ਹੁੰਦਾ c1 c2, ਪਰ c1 c2 ਆਪਾਂ ਸੈਂਟਰ ਲੈਣੇ ਨੇ, ਇਹ ਵਾਲੇ ਨਹੀਂ ਲੈਣੇ। ਠੀਕ ਹੈ ਜੀ, ਇੱਕ ਕੰਡੀਸ਼ਨ ਹੋ ਗਈ। ਚੱਲਦੇ ਹਾਂ ਆਪਾਂ ਦੂਜੇ ਕੇਸ, केस नंबर 2। केस 2 की कहता है अगर r1, पहला तो आप इन्हों का सम चेक करना पहले नंबर। केस 2 अगर r1 माइनस r2, अगर आप r1 चो r2 घटा दिए फिर ये आ जाए इक्वल c1 c2 दे, इन्हों का डिफरेंस आ जाए। तुसीं इत्थे देखो इन्हों का जिहड़ा डिफरेंस, इन्हों की रेडियस का सम देखो, आ रेडियस इन्नी, आ रेडियस इन्नी ते डिस्टेंस भी इन्हों की इन्नी, देखने च पता लग रहा अपन हुण r1 माइनस r2, r1 माइनस r2। ठीक है जी, ਤੇ c1 c2 ਦੇ ਬਰਾਬਰ ਹੈ, मतलब
एक ਵੱਡੇ ਦੀ ਰੇਡੀਅਸ ਅਗਰ ਛੋਟੇ ਚੋਂ ਘਟਾਈਏ ਤਾਂ ਡਿਸਟੈਂਸ ਦੇ ਬਰਾਬਰ ਹੈ, ਮਤਲਬ ਇੱਕ ਤਾਂ ਵੱਡਾ ਸਰਕਲ ਤੇ ਇਹਦੇ ਨਾਲ ਟੱਚ ਕਰਦਾ ਇੱਕ ਛੋਟਾ ਸਰਕਲ। ਦੇਖੋ ਆਹ ਸੈਂਟਰ C1, ਆਹ ਸੈਂਟਰ C2। ਕਲੀਅਰ। ਹੁਣ ਇਹਨਾਂ ਦੀ ਜਿਹੜੀ ਆਪਣੇ ਕੋਲ ਡਿਸਟੈਂਸ ਹੈ C1 C2 ਦੀ, ਉਹ R1 ਮਤਲਬ ਵੱਡੀ ਰੇਡੀਅਸ ਚੋਂ ਆ ਵੱਡੀ ਰੇਡੀਅਸ ਹੋ ਗਈ, ਠੀਕ ਹੈ, ਆ ਵੱਡੀ ਰੇਡੀਅਸ ਹੋ ਗਈ ਤੇ ਉਹਦੇ ਵਿੱਚੋਂ ਛੋਟੀ ਰੇਡੀਅਸ C2 ਦੀ ਘਟਾ ਦਈਏ ਤਾਂ ਬਰਾਬਰ ਬਚਦੀ ਹੈ ਨਾ। ਦੇਖੋ ਆਹ ਕੀ ਹੋ ਗਿਆ, C1 C2 ਹੋ ਗਿਆ। ਆਹ ਰੇਡੀਅਸ ਵੱਡੀ, ਆ ਵੱਡੇ ਸਰਕਲ ਦੀ ਰੇਡੀਅਸ ਆਹ ਵਾਲੀ R1 ਹੋ ਗਈ ਵੱਡੇ ਸਰਕਲ ਦੀ, ਆ ਛੋਟੇ ਦੀ R2 ਹੋ ਗਈ। ਤੇ ਅਗਰ ਵੱਡੀ ਚੋਂ ਛੋਟੀ ਤਾਂ ਇੰਨੀ ਚੀਜ਼ ਹੀ ਬਚਦੀ ਹੈ ਆਪਣੇ ਕੋਲ। ਤਾਂ ਇਹਦਾ ਮਤਲਬ ਇਹ ਟੱਚ ਕੀ ਕਰ ਰਿਹਾ, ਕਿੱਥੇ ਟੱਚ ਕਰ ਰਿਹਾ ਹੈ, ਟੱਚ ਕਰ ਰਿਹਾ ਇੰਟਰਨਲੀ, ਠੀਕ ਹੈ, ਟੱਚ ਕਰ ਰਿਹਾ ਇੰਟਰਨਲ, ਅੰਦਰ ਆ ਮਤਲਬ ਉਹ ਇੰਟਰਨਲ। ਤਾਂ ਇੱਥੇ ਆਪਣੇ ਕੋਲ ਕੀ ਹੋਏਗਾ, ਸਿਰਫ ਇੱਕ ਟੈਂਜੈਂਟ ਹੀ ਜਾ ਸਕਦੀ ਹੈ ਇਹਨਾਂ ਦੇ ਇੱਥੋਂ ਦੀ, ਬਸ ਜਿਹੜੀ ਦੋਨਾਂ ਦੀ ਕੋਮਨ ਹੋਏਗੀ, ਇੱਧਰ ਦੀ ਨਹੀਂ ਜਾ ਸਕਦੀ। ਇੱਕ ਟੈਂਜੈਂਟ ਹੋਏਗੀ ਜਿਹੜੀ ਕੋਮਨ ਹੋਏਗੀ। ਤਾਂ ਕਿੰਨੀ ਕੋਮਨ, 1 ਟੈਂਜੈਂਟ। ਇੱਥੇ ਕਿੰਨੀਆਂ ਸੀ, 3 ਟੈਂਜੈਂਟ। ਠੀਕ ਹੈ ਜੀ, मैं ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਐਕਸਪਲੇਨ ਕਰ ਰਿਹਾ। ਅਗਰ ਸਮਝ ਨਾ ਆਏ ਤਾਂ ਪਲੀਜ਼ ਕਹਿ ਦਿਓ। ਠੀਕ ਹੈ ਜੀ। ਫਿਰ ਕੇਸ ਥਰਡ ਦੇ ਵਿੱਚ ਅਗਰ R1 ਪਲੱਸ R2 ਅਗਰ ਦੋਨਾਂ ਦਾ ਡਿਸਟੈਂਸ ਕੀ ਹੋ ਜਾਂਦਾ, ਗ੍ਰੇਟਰ ਦੈਨ ਹੋ ਜਾਂਦਾ C1 C2 ਨਾਲੋਂ। ਹੁਣ ਦੇਖੋ ਰੇਡੀਅਸ ਅਗਰ ਗ੍ਰੇਟਰ ਹੋ, ਰੇਡੀਅਸ ਵੱਡਾ ਹੋ ਗਿਆ, ਡਿਸਟੈਂਸ ਛੋਟਾ ਹੋ ਗਿਆ, ਦੋਨਾਂ ਦਾ ਰੇਡੀਅਸ ਮਤਲਬ ਇੱਕ ਸਰਕਲ ਆਹ, ਇੱਕ ਸਰਕਲ ਆਹ, ਆ ਤਾਂ ਦੋਨਾਂ ਦਾ ਹੋ ਗਿਆ C1 C2। ਡਿਸਟੈਂਸ ਤਾਂ ਇੰਨੀ ਕੁ ਰਹੇਗੀ ਤੇ ਰੇਡੀਅਸ ਇਹਦਾ ਰੇਡੀਅਸ ਇੰਨਾ, ਇਹਦਾ ਰੇਡੀਅਸ ਇੰਨਾ। ਸਮਝ ਗਏ ਨਾ। ਦੇਖੋ ਡਬਲ ਹੋ ਰਿਹਾ ਪੋਰਸ਼ਨ, ਇੱਕ ਵਾਰੀ ਇਹਦਾ ਰੇਡੀਅਸ ਕਾਊਂਟ ਹੋ ਰਿਹਾ ਇੰਨਾ, ਇੱਕ ਵਾਰੀ ਇਹਦਾ ਰੇਡੀਅਸ ਕਾਊਂਟ ਹੋ ਰਿਹਾ ਇੱਥੇ ਆਹ ਪਾਰਟ ਦੇ ਵਿੱਚ। ਤਾਂ ਇਹ ਮਤਲਬ ਇਨਕਰੀਜ਼ ਹੋ ਗਿਆ, ਡਿਸਟੈਂਸ ਘਟ ਗਈ। ਤਾਂ ਇਹਦਾ ਮਤਲਬ ਇਹ ਕੀ ਹੋਣਗੇ, ਕੱਟ ਕਰਨਗੇ। ਕੀ ਕਰਨਗੇ, ਕੱਟ। ਇਹ ਕੀ ਕਰਨਗੇ, ਕੱਟ ਕਰਨਗੇ। ਤੇ ਟੈਂਜੈਂਟ ਕਿੰਨੇ ਹੋਣਗੇ, ਟੈਂਜੈਂਟ ਹੋਣਗੇ ਸਿਰਫ 2, ਇੱਕ ਉੱਪਰ ਦੀ ਇੱਕ ਨੀਚੇ ਦੀ, ਬਸ 2 ਟੈਂਜੈਂਟ, 2 ਟੈਂਜੈਂਟ। ਠੀਕ ਹੈ ਜੀ। ਲਾਸਟ ਕੇਸ, फोर्थ केस अपने को की होएगा, अगर R1 प्लस R2 ये हो जा लैस C1 C2 नो लैस हो गई, मतलब हम डिस्टेंस वड्डी होगी, रेडियस छोटी होगी। मतलब एक सर्कल इत्थे जे, एक सर्कल इत्थे जे बेचारा। आ देखो ਜਿਹੜੀ डिस्टेंस है आ ਤਾਂ डिस्टेंस ਤਾਂ ਖਾਸੀ ਵੱਡੀ ਹੋ ਗਈ ਤੇ ਆ ਇੰਨੀ ਕੁ ਰੇਡੀਅਸ ਤੇ ਆ ਇੰਨੀ ਕੁ ਰੇਡੀਅਸ, ਇਹਨੋਂ डिस्टेंस ਤਾਂ ਵੱਧ ਗਈ। ਤਾਂ ਇਹਦਾ ਮਤਲਬ ਕੀ ਹੋ ਗਿਆ, ਇਹ ਆਊਟਸਾਈਡ ਹੋ ਗਏ, मतलब दूर दूर हो गए। ठीक है जी। ਤਾਂ ਇਹਦਾ ਮਤਲਬ ਕੀ ਹੋ ਗਿਆ, ਆਪਣੇ ਕੋਲ ਕਿੰਨੇ ਟੈਂਜੈਂਟ ਹੋਣਗੇ, ਇੱਕ ਐਂ ਟੱਪੂਗਾ ਟੈਂਜੈਂਟ ਆਏ ਟੱਪੂਗਾ, ਟੈਂਜੈਂਟ ਆਏ ਔਰ ਇੱਕ ਟੈਂਜੈਂਟ ਆਏ ਇੱਥੋਂ, ਮਤਲਬ ਇੱਥੋਂ ਜਾਏ। ਠੀਕ ਹੈ ਜੀ, ਦੋਨੇ ਖਹਿ ਕੇ ਟੱਪਣਗੇ ਤਾਂ 4 ਟੈਂਜੈਂਟ ਆਪਣੇ ਕੋਲ। ਠੀਕ ਹੈ ਕਲੀਅਰ। ਤਾਂ ਜਦੋਂ ਹੁਣ ਆਪਣੇ ਕੋਲ ਕੁਐਸਚਨ ਆਏ ਉਦੋਂ ਆਪਾਂ ਉਹ ਚੰਗੀ ਤਰ੍ਹਾਂ ਡੀਲ ਕਰ ਲਾਂਗੇ। ਅਗਰ ਨਹੀਂ ਸਮਝ ਆਈ ਤਾਂ ਪਲੀਜ਼ ਕਲਾਸ ਨੂੰ ਰਿਪੀਟ ਕਰਕੇ ਜ਼ਰੂਰ ਦੇਖ ਲਓ ਇੱਕ ਵਾਰ, ਥੋੜਾ ਜਿਹਾ ਫਿਰ ਤੁਹਾਨੂੰ ਹੋਰ ਬਰੀਕੀ ਨਾਲ ਸਮਝ ਆ ਜਾਏਗੀ। ਬਾਕੀ ਬਿਲਕੁਲ ਇੰਨਾ ਕੋਈ ਟਫ ਕੰਸੈਪਟ ਨਹੀਂ ਹੈਗਾ, ਆਪਾਂ ਸਿੰਪਲੀ ਨੋਰਮਲੀ ਬਹੁਤ ਚੰਗੇ ਤਰੀਕੇ ਨਾਲ ਡੀਲ ਕੀਤਾ ਹੈ। ਠੀਕ ਹੈ ਜੀ। ਤਾਂ ਚਲੋ ਹੁਣ ਆਪਾਂ ਮੂਵ ਕਰਦੇ ਹਾਂ। ਚਲੋ ਪਹਿਲਾ ਕੁਐਸਚਨ ਹੀ ਆ ਗਿਆ, the number of common real tangent that can be drawn to the circle। ਹੁਣ ਆਪਾਂ ਰੀਅਲ ਟੈਂਜੈਂਟ ਦੱਸਣੇ ਨੇ, ਕਿੰਨੇ ਡਰਾ ਕਰ ਸਕਦੇ ਆ। ਤਾਂ ਪਹਿਲਾ ਸਰਕਲ ਕੀ ਹੈ, S1। ਠੀਕ ਹੈ ਜੀ, एक्स स्क्वायर प्लस वाई स्क्वायर माइनस 2x माइनस 2y इक्वल टू 0। दूसरा सर्कल की अपने को एक्स स्क्वायर प्लस वाई स्क्वायर माइनस 8x माइनस 8y प्लस 14 इक्वल टू 0। ਇਹਦਾ ਜਿਹੜਾ ਸੈਂਟਰ ਦੇਖੋ, ਸੈਂਟਰ C1 ਕੀ ਬਣ ਰਿਹਾ, ਇਹਦਾ 1,1 C1 ਬਣ ਰਿਹਾ ਤੇ ਇਹਦੀ ਰੇਡੀਅਸ ਦੇਖੋ R1 ਕੀ ਹੋਏਗੀ। ਬਸ ਇਹ ਇੱਕ ਲੈਂਥੀ क्वेश्चन जरूर है क्योंकि मैंने बहुत कुछ अपन फाइंड करना पड़ेगा, C2 फाइंड करना पड़ेगा। R1 क्या आएगा, 1 का स्क्वायर 1 प्लस 1 का स्क्वायर 1, C है नहीं माइनस 0 तो ये आ गया √2 आ गई रेडियस। ठीक है जी। हम ਇਹਦਾ देखो, ਇਹਦਾ C2 क्या आएगा 4,4 R2 कितनी आ जाएगी 4 का स्क्वायर 16 प्लस 4 का स्क्वायर 16 माइनस आएगा 14 C ਤੇ ਆਪਣੇ ਕੋਲ ਆ ਜਾਏਗਾ √18।
ठीक है जी। हुण आपां सब तो पहला चेक करना है R1 प्लस R2। देखो वैसे ही पता चल रहा है जीरो टेंजेंट वाला तो कोई केस नहीं होंदा, है ना। जीरो टेंजेंट कोई केस नहीं होंदा, ये भी कैंसिल। 5 टेंजेंट कोई केस नहीं होंदा, आ भी कैंसिल। रह गए ऑप्शन 1 एंड 2, एक तो 3 टेंजेंट एक 4 टेंजेंट। ठीक है जी। ਤਾਂ ਤੁਸੀਂ ਅਗਰ ਤੁਹਾਨੂੰ ਧਿਆਨ ਤਾਂ ਤੁਸੀਂ ਉਹ ਦੋਨੇ ਕੰਡੀਸ਼ਨ ਹੀ ਚੈੱਕ ਕਰ ਲਓ। 3 ਟੈਂਜੈਂਟ ਵਾਲੀ ਕੰਡੀਸ਼ਨ ਕਿਹੜੀ ਸੀ, R1 plus R2 equal to C1 C2। ਆਹ ਕੰਡੀਸ਼ਨ ਆਪਾਂ ਚੈੱਕ ਕਰਦੇ ਹਾਂ, ਵੈਸੇ ਵੀ ਇਹੀ ਚੈੱਕ ਕਰਨੀ ਹੈ, ਇਹਦੇ ਵਿੱਚ ਵੀ ਆਪਾਂ ਇਹੀ ਕਰਾਂਗੇ। R1 R2 ਤਾਂ ਹੋ ਹੀ ਜਾਏਗਾ, ਪਹਿਲਾਂ C1 C2 ਕੱਢੋ। C1 C2 ਇਹ ਕੀ ਆਏਗਾ ਆਪਣੇ ਕੋਲ 4 1 डिस्टेंस कटनी हुई 2 पॉइंटा की 4 1 ਉਹਦਾ ਸਕੇਅਰ प्लस 4 1 ਇਹ ਕਿੰਨਾ ਹੋ ਗਿਆ 3 ਦਾ ਸਕੇਅਰ 9 प्लस 9 ਤਾਂ ਇਹ ਹੋ ਗਿਆ ਆਪਣੇ ਕੋਲ √18। ठीक है जी। ਤਾਂ ਲੱਗ ਨਹੀਂ ਰਿਹਾ ਇਕੁਅਲ ਹੈਗੀ, ਇਹ ਆ ਗਿਆ √2 प्लस √18 इक्वल टू √18 नहीं है क्योंकि इधर 2 ਐਡ ਹੈ ਤਾਂ ਇਹ ਕੰਡੀਸ਼ਨ ਵੀ ਫੇਲ ਹੋ ਗਈ, ਆਪਸ਼ਨ ਨੰਬਰ ਏ ਵੀ ਗਿਆ। ਤਾਂ ਹੁਣ ਆਪਣੇ ਕੋਲ ਕੀ ਸੀਗੀ ਇਹ 4 ਟੈਂਜੈਂਟ ਵਾਲੀ ਕੰਡੀਸ਼ਨ ਜਿਹੜੀ ਆਪਾਂ ਲਾਸਟ ਤੇ ਕੀਤੀ ਹੈ R1 plus R2 R1 plus R2 ਇੱਥੇ ਆਪਣੇ ਕੋਲ ਬਣ ਰਿਹਾ ਹੈ ग्रेटर देन C1 C2 है ना। तो ये तो ऑप्शन रॉन्ग हो गए, अपने को क्या आना चाहिए सी ऑप्शन 2 होना चाहिए सी 5 भी। ठीक है जी। तो ये आ गया √2 प्लस √18 ग्रेटर देन आ गया √18 आया होना चाहिए। अपने को इतने आंसर बन रहा है 2, 2 आंसर आएगा। ठीक है जी, 2 आंसर आ गया। केस नंबर 3 बन रहा है अपने को, इतने ऑप्शन मेरे मे भी 5 का ऑप्शन आ नहीं सकता, इतने 2 आएगा। ऑप्शन नंबर सी राइट कर देने, वैसे 2 आंसर आएगा। ठीक है, मिस्टेक अपन कोई लग नहीं रही, बस वैसे देखने च तां 2 ही बन रहा राइट आंसर का। ठीक है, क्लीयर हो गया। तो इदा आप फाइंड करते हैं, बस मेन गल है कंडीशन अपनी लर्न होनी चाहिए। क्वेश्चन नंबर 20, द लाइन and line are tangent to the same circle, the radius of the circle। radius दसनी है, देखो एक सर्कल है, इस दे एक ता लाइन एक आ सर्कल है अपने को जी। ठीक है, ये एक ता लाइन आई टप रही है, केड़ी है वो 3x माइनस 4y प्लस 4 इक्वल टू 0। ध्यान नाल अगर तुसी देखो तो दूसरी लाइन ये पैरेलल है 6x वाली, बिल्कुल पैरेलल है। 6x माइनस 8y माइनस 7 इक्वल टू 0। अगर इन्हों आप 2 ना मल्टीप्लाई कर दिए बन जाएगी 6x माइनस 8y प्लस 8। ठीक है जी, इक्वल टू 0। ਤਾਂ ਦੋਨੋਂ ਪੈਰਲਲ ਨੇ, ਤਾਂ ਮਤਲਬ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਵਿਚਕਾਰ ਦੀ ਡਿਸਟੈਂਸ ਫਾਈਂਡ ਕਰ ਲਾਂਗੇ। ਪੈਰਲਲ ਲਾਈਨ ਦੇ ਵਿਚਕਾਰ ਉਹ ਆਪਣੇ ਕੋਲ ਕੀ ਆ ਜਾਏਗਾ, ਡਾਇਆਮੀਟਰ ਆ ਜਾਏਗਾ, ਤੇ ਉਹਦਾ ਅਗਰ ਆਪਾਂ ਹਾਫ ਕਰ ਦਿਆਂਗੇ ਉਹ ਆਪਣੇ ਕੋਲ ਰੇਡੀਅਸ ਰਹਿ ਜਾਏਗੀ। ਤਾਂ ਹੁਣ ਦੇਖਦੇ ਹਾਂ ਕਿਹਦੀ ਯਾਦਦਾਸ਼ਤ ਚੰਗੀ ਹੈ, ਕਿਹਦੀ ਮੈਮਰੀ ਚੰਗੀ ਹੈ, ਕਿ ਜਿਹਨੂੰ 2D ਵਾਲੇ ਕੰਸੈਪਟ ਦੇ ਵਿੱਚ ਪੈਰਲਲ ਲਾਈਨ ਦੇ ਵਿਚਕਾਰ ਡਿਸਟੈਂਸ ਕੱਢਣ ਦਾ ਫਾਰਮੂਲਾ ਯਾਦ ਹੈ। ਜਲਦੀ ਨਾਲ ਟਾਈਪ ਕਰੋ ਜਿਹਨੂੰ ਵੀ ਯਾਦ ਹੈ, ਪੈਰਲਲ ਲਾਈਨ ਦੇ ਵਿੱਚ ਡਿਸਟੈਂਸ ਕੱਢਣ ਦਾ ਫਾਰਮੂਲਾ। देखते हैं जी कि मैमरी पावर पूरी तेज है, इसनों हजे तक भी याद है, कंसैप्ट भुलिया नहीं है। पैरेलल लाइन के विचकार डिस्टेंस फाइंड करने का फॉर्मूला जल्दी नाल राइट कर दो। हाँ ठीक है जी, की सीगा हो C1 माइनस C2 का मोड अपॉन A स्क्वायर प्लस B स्क्वायर, यही सी ना, आ गया याद। ठीक है जी, 8 माइनस ऑफ माइनस 15 7, नीचे आएगा 36 प्लस 64 15/100, 100 नहीं सदी 10 रूट भी होएगा 15/10। ये अपने को डायमीटर आ गया, बट आपको की चाहिए रेडियस, तो हो जाएगा 15 15/20 5 से कट कर दो 3/4 3/4 है। हाँ बी ऑप्शन 3/4 आ गई रेडियस। क्लियर। क्वेश्चन नंबर 21, टू सर्कल are such that they touch each other, they intersect each other, on lies inside the other, each lies outside the other। तो ये भी जी अपना कॉमन टेंजेंट वाला क्वेश्चन है। देखो x स्क्वायर प्लस वाई स्क्वायर
-2x -3 इक्वल टू 0। ये सर्कल है ये सेंटर कितना आ गया 1 0। ठीक है जी। रेडियस कितनी आएगी, रेडियस आएगी 1 का स्क्वायर यानी कि 1 का स्क्वायर 1 -4 सही आ गई 2 रेडियस आ गई। ठीक है जी। ये माइनस कराएंगे ना 1 -3 -3 माइनस था ऑलरेडी था प्लस हो जाएगा 1 + 3 4 2 2 आ जाएगी जी रेडियस। C2 S2 लिख लो, ये तो S1 सर्कल है, S2 सर्कल की है अपने को x स्क्वायर प्लस वाई स्क्वायर -4x -6y -8 इक्वल टू 0। सेंटर कितना आ गया C2 2, 3 रेडियस कितनी आ गई, रेडियस R2 आ गई 4 + 9 + 8 9 4 13 और 8 21 रूट 21 आ गई अपने को। 2 10 के 3 10 के 9 4 13 ਤੇ 8 ਹੁਣ ਦੇਖ ਲਓ ਜੀ ਕਿਹੜੀ ਕੰਡੀਸ਼ਨ ਲੱਗਦੀ। ਸਭ ਤੋਂ ਪਹਿਲਾਂ C1 C2 ਕੱਢੋ, C1 C2 ਡਿਸਟੈਂਸ 2 - 1 ਦਾ ਸਕੁਅਰ 1 3 - 0 ਦਾ ਸਕੁਅਰ 3 3 + 3 9 ਤਾਂ रूट 10 ਆ ਗਈ ਆਪਣੇ ਕੋਲ C1 C2 ਡਿਸਟੈਂਸ। ਹੁਣ ਦੇਖੋ R1 + R2 ਕੀ ਆ ਗਿਆ ਹੈ 2 + रूट 21। ਇਹਦਾ ਮਤਲਬ ਇਹ ਤਾਂ ਕਲੀਅਰ ਹੈ ਪੱਕਾ ਕਿ ਇਸ ਤੋਂ ਇਹਦੇ ਇਕੁਅਲ ਤਾਂ ਹੈ ਨਾ, ਇਕੁਅਲ ਨਹੀਂ ਹੈਗਾ। ਇਕੁਅਲ ਨਹੀਂ ਹੈਗਾ ਤਾਂ ਫਿਰ ਕੀ ਨਿਕਲ ਗਿਆ ਹੈ ਐਕਸਟਰਨਲੀ ਬਾਤ ਆਪਸ਼ਨ ਹੈ ਨਹੀਂ। ਠੀਕ ਹੈ ਤਾਂ ਇਹ ਤਾਂ ਕੈਂਸਲ ਹੀ ਹੋ ਗਿਆ। ਉਸ ਤੋਂ ਬਾਅਦ R1 + R2 R1 - R2 ਕਰਦੇ हैं ਤਾਂ ਉਹ ਵੀ ਨਹੀਂ। R1 + R2 ਕੀ ਹੈ ਗ੍ਰੇਟਰ ਹੈ C1 C2 ਨੂੰ, ਗ੍ਰੇਟਰ ਹੈ ਨਾ C1 C2 ਨੂੰ। ਤੇ ਗ੍ਰੇਟਰ ਤੇ ਆਪਣੀ ਕੀ ਕੰਡੀਸ਼ਨ ਸੀ, ਗ੍ਰੇਟਰ ਤੇ ਸੀ ਆਪਣੀ ਦੇ ਇੰਟਰਸੈਕਟ ਕਰ ਰਹੇ ਨੇ ਇਹ ਵਾਲੀ ਕੰਡੀਸ਼ਨ। ਠੀਕ ਹੈ ਇਹਨੂੰ ਧਿਆਨ ਨਾਲ ਦੇਖਿਆ ਜੀ ਬਿਲਕੁਲ। ਇਹ ਕੰਸੈਪਟ ਜਿਹੜਾ ਹੈਗਾ ਨਾ ਥੋੜਾ ਟਿਪੀਕਲ ਜਿਹਾ ਕੰਸੈਪਟ ਹੈ, ਮਾਈਂਡ ਵਿੱਚ ਬਿਠਾਉਣ ਵਾਲਾ ਕੰਸੈਪਟ ਹੈ। ਬਾਕੀ ਸਾਰੇ ਕੰਸੈਪਟ ਈਜ਼ੀ ਸੀਗੇ, ਬਸ ਇਹਦੇ ਵਿੱਚ ਆਪਾਂ ਨੂੰ ਗੱਲਾਂ ਬਹੁਤ ਜ਼ਿਆਦਾ ਰੱਖਣੀਆਂ ਪੈਂਦੀਆਂ ਕਿ ਥੋੜੀ ਜਿਹੀ ਵੀ ਉਰਾਂ ਪਰਾਂ ਗੱਲ ਹੋ ਗਈ ਤਾਂ ਆਪਣਾ ਕੁਐਸਚਨ ਉੱਥੇ ਖਤਮ ਹੋ ਜਾਏਗਾ। ਤਾਂ ਇਹਨੂੰ ਤੁਸੀਂ ਪਲੀਜ਼ ਧਿਆਨ ਨਾਲ ਦੇਖ ਲਿਓ। ਠੀਕ ਹੈ 1 2 ਵਾਰ ਪ੍ਰੈਕਟਿਸ ਕਰੋਗੇ ਆਪੇ ਯਾਦ ਹੋ ਜਾਣਗੇ ਸਾਰੇ। क्वेश्चन नंबर 22 द नंबर ऑफ कॉमन टेंजेंट। फिर आ गया कॉमन टेंजेंट का, वो कर लेने जी। तीसरा क्वेश्चन आ गया, मैं भी जानबूझ के रखे ने इन्ने क्वेश्चन कि ਤੁਹਾਨੂੰ पूरी गल क्लियर हो जाए। -x इक्वल टू सेंटर की आ गया C1 ओनली 1/2 0। रेडियस रेडियस कितनी आ जाएगी 1/2 ही आ जाएगी है ना। रेडियस 1/2 का स्केयर कर देंगे ओनली बस 1/2 आ जाएगी। S2 कितना आ गया x² + y + x इक्वल टू 0। C2 कितना आ गया -1/2 का -1/2 बन जाएगा ना, नैगेटिव होंगे -0 R2 भी कितनी आ गई 1/2 आ गई। C1 C2 कट लो डिस्टेंस कटांगे तो 1/2 - 1/2 1/4 1/2 + 1/2 1 बन जाएगी तो आ गई 1। ठीक है जी 1 आ गई ना डिस्टेंस। पता लग रहा है कि मैं कह रहा ਇਹਦੇ ਵਿੱਚੋਂ ਸਬਟਰੈਕਟ ਕਰਾਂਗੇ ਤਾਂ ਇਹ 1 ਬਣ ਜਾਏਗਾ ਹਾਫ ਪਲੱਸ ਹਾਫ 1 1 ਦਾ ਸਕੁਅਰ 1 0 - 0 0 ਤਾਂ ਇਹ ਆ ਗਿਆ 1। ਠੀਕ ਹੈ ਜੀ ਹੁਣ ਆਪਾਂ ਨੂੰ ਕਲੀਅਰਲੀ ਪਤਾ ਚੱਲ ਰਿਹਾ ਅਗਰ ਆਪਾਂ R1 + R2 ਨੂੰ ਐਡ ਕਰਦੇ ਆ ਤਾਂ ਉਹ C1 C2 ਦੇ ਕੋਲ ਬਣ ਰਿਹਾ। ਅਗਰ ਆਪਾਂ ਹਾਫ ਪਲੱਸ ਹਾਫ ਕਰਾਂਗੇ ਤਾਂ C1 C2 ਕਿੰਨਾ 1 ਤਾਂ 1 = 1 ਆ ਰਿਹਾ। ਇਹ ਆਪਣੀ ਆ ਗਈ ਕੰਡੀਸ਼ਨ ਨੰਬਰ 1। ਕੰਡੀਸ਼ਨ 1 ਆ ਗਈ ਨਾ ਉਹ ਚ ਕੀ ਸੀ ਟੱਚ ਐਕਸਟਰਨਲੀ ਤੱਕ टच एक्सटर्नली कर दें तो कितने टेंजेंट जल्दी टाइप करो जी। टच एक्सटर्नली होता था कितने टेंजेंट। फर्स्ट कंडीशन एक्सटर्नली मतलब ए वाली बिल्कुल खै के टप दी एक टाइम जो इतों दी। ठीक है 1 2 3 3 टाइप इक्वेशन ऑफ टेंजेंट फाइंड करनी है जी। लाओ जोर अपना पूरा x स्क्वायर ਨੂੰ ਪੁੱਟ ਕਰ ਦੋ x x1 y स्क्वायर ਨੂੰ ਪੁੱਟ ਕਰ ਦੋ y y1 x ਨੂੰ ਪੁੱਟ ਕਰ ਦੋ x + x1/2 y ਨੂੰ ਪੁੱਟ ਕਰ ਦੋ y + y1/2
तो कर दो जी एक्स एक्स वन प्लस वाई वाई वन प्लस टू टू नाल टू कट्टा जाएगा मैं सीधे करदा एक्स प्लस एक्स वन माइनस इधर भी कट्टा जाएगा वाई प्लस वाई वन प्लस वन इज इक्वल टू जीरो वन थे तो एक्स की जगह जीरो रखो एक्स वन की जगह जीरो रखा जीरो वाई वन की जगह वन तो वाई रह गया ओनली प्लस एक्स वन ओनली एक्स रह गया माइनस वाई वन की जगह वन तो वाई माइनस वाई प्लस वन हाँ सॉरी माइनस वन हो जाएगा ना माइनस को लाएंगे माइनस वन प्लस वन इक्वल टू जीरो आ वाई कैंसिल वन वन कैंसिल प्लस का वन सी तो एक्स इक्वल टू जीरो किन्ने जाना था सही है जी एक्स इक्वल टू जीरो ऑप्शन नंबर ए हाँ तो वैसे ही कट्टिया गया बेचारा एक्स वाई वाली तो टर्म में होंगी नहीं कोई ठीक है ऑप्शन नंबर ए एक्स इक्वल टू जीरो टेंशन क्वेश्चन नंबर 24 द इक्वेशन रिप्रेजेंट की रिप्रेजेंट कर दिए देखो सब तो पहले चेक करो कोफिशिएंट ऑफ एक्स स्क्वायर एंड वाई स्क्वायर एक्स स्क्वायर ते वाई स्क्वायर दा कोफिशिएंट चेक करना ਆਪਾਂ ਨੇ ਕੀ ਹੋਣਾ ਚਾਹੀਦਾ ਉਹ सेम सेम होना चाहिए उस तो बाद एक्स वाई वाली टर्म चेक करनी है या फिर कह सकते हैं अवलीग एच इक्वल टू जीरो ये भी है आ भी ठीक है आ भी ठीक है और तीसरी गल 2 डिग्री च होनी चाहिए है 2 डिग्री च भी हैगी है हाँ इसका मतलब ऑल रिपोर्ट था सर्कल ऑप्शन नंबर सी क्लियर 25 the equation of the chord of the circle which is bisector वाला आ गया तो मतलब की हो गया chord of midpoint यानी कि t equal to s1 कर दो जी फाइंड x x1 plus y y1 minus 4 x x plus 1 upon 2 ठीक है जी बस इन्नी सीगा बराबर x1 ਦਾ ਸਕੁਅਰ plus y1 ਦਾ ਸਕੁਅਰ minus 4x1 ਜਿਹੜੇ ਪੁਆਇੰਟ ਤੇ 1 1 ਤੇ ਤਾਂ 1 1 ਪੁੱਟ ਕਰ ਦੋ ਓਨਲੀ x ਇੱਥੇ 1 ਪੁੱਟ ਕੀਤਾ ਓਨਲੀ y 2 ਨਾਲ 2 ਕੈਂਸਲ ਤੇ ਆ ਗਿਆ ਮਾਈਨਸ ਦਾ 2x ਇੱਥੇ 1 ਪੁੱਟ ਕਰਾਂਗੇ ਤਾਂ ਮਾਈਨਸ ਦਾ 2 ਬਰਾबर x1 ਦਾ ਸਕੁਅਰ ਯਾਨੀ ਕਿ 1 plus 1 minus 4 x plus y minus 2x minus 2 इधर रहेगा minus 2 ना minus 2 x plus y आ भी हो जाएगा ना ਇਹਦਾ ਵੀ ਲੇਖਾ ਜੋਖਾ ਕਰ ਦੋ x ਤੇ 2x ਇਹ ਆ ਗਿਆ ਮਾਈਨਸ ਦਾ x ਪਲੱਸ ਦਾ y ਇਕੁਅਲ ਟੂ 0 ਤਾਂ ਇਹ ਹੋ ਗਿਆ ਆਪਣੇ ਕੋਲ x ਮਾਈਨਸ y ਇਕੁਅਲ ਟੂ 0 ਆਪਸ਼ਨ ਨੰਬਰ ਡੀ ਮਾਈਨਸ y ਇਕੁਅਲ ਟੂ 0 क्वेश्चन नंबर 26 the straight line y equal to mx plus c cut the circle at real point ਤੇ ਕਦੋਂ ਕੱਟ ਕਰੇਗੀ ਅਗਰ ਆਪਣੇ ਕੋਲ c ਕੀ ਹੋਏਗੀ greater than equal to ਹੋਏ ਤਾਂ ਹੁਣ ਬਾਕੀ ਦੇਖ ਲਓ c ਕਿੱਥੇ greater than equal to ਹੈ ਤਾਂ ਇੱਥੇ ਦੇਖੋ ਇੱਥੇ ਤਾਂ c ਲੈਸ ਹੈ ਇੱਥੇ c ਲੈਸ ਹੈ ਇੱਕ ਤਾਂ ਇੱਥੇ greater ਹੈ ਇੱਕ ਇੱਥੇ greater ਹੈ ਤਾਂ ਫਾਰਮੂਲਾ ਲਰਨ ਕਰ ਲਓ ਜਲਦੀ ਨਾਲ c ਸਕੁਅਰ ਦਾ ਕੀ ਫਾਰਮੂਲਾ ਹੁੰਦਾ c ਸਕੁਅਰ ਦਾ ਆਪਾਂ ਫਾਰਮੂਲਾ ਕੀਤਾ ਸੀ a ਸਕੁਅਰ 1 plus m ਸਕੁਅਰ प्लस होंगे बेचारे इतने की है माइनस है आ भी कैंसिल रह गया ऑप्शन ए बी सी डी ऑप्शन नंबर ए राइट की आ जाएगा सी द मोड ग्रेटर दैन इक्वल टू ए स्केयर 1 प्लस एम स्केयर और कली सी की गल कर रहे हैं तो उपर रूट आ वाली कंडीशन होगी अगर कट करेगी रियल पॉइंट क्वेश्चन नंबर 27 ਇਹ ਸਰਕਲ ਹੈ ਜੀ ਨੰਬਰ ਆਫ ਟੈਂਜੈਂਟ ਸਰਕਲ ਦੇ ਉੱਪਰ ਕਿੰਨੇ ਟੈਂਜੈਂਟ ਹੋ ਸਕਦੇ ਆ ਜੀ ਜਲਦੀ ਨਾਲ ਦੱਸੋ ਰਿਪਲਾਈ ਦੇਖਦੇ ਆ ਕਿਹਨੂੰ ਆਉਂਦਾ ਇੱਕ ਸਰਕਲ ਹੈ ਇਸ ਦੇ ਉੱਪਰ ਨੰਬਰ ਆਫ ਟੈਂਜੈਂਟ ਦੱਸਣੇ ਨੇ ਤੁਸੀਂ 0 1 2 ਇਨਫਾਈਨਾਈਟ ਦੇਖਦੇ ਵੇਟਿੰਗ ਯੂਰ ਕੁਐਸਚਨ ਵੇਟਿੰਗ ਯੂਰ ਆਨਸਰ ਠੀਕ ਹੈ ਜੀ ਦੱਸੋ ਫਿਰ ਜਲਦੀ ਨਾਲ जी दसो किसी भी सर्कल ऊपर इनफाइनाइट नंबर ऑफ टेंजेंट हो सकते हैं ठीक है तो ऑप्शन नंबर डी इनफाइनाइट
ਆਪਾਂ ਇਹ ਨਹੀਂ ਕਹਿ ਸਕਦੇ ਕਿ 0 ਹੋਏਗਾ, ਇੱਕ ਵੀ ਟੈਂਜੈਂਟ ਨਹੀਂ ਹੋਏਗਾ, ਇਦਾਂ ਹੋ ਨਹੀਂ ਸਕਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ 1 ਟੈਂਜੈਂਟ ਹੀ ਹੋਏਗਾ, ਇਦਾਂ ਵੀ ਨਹੀਂ ਹੋ ਸਕਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ 2 ਹੀ ਟੈਂਜੈਂਟ ਹੋਣਗੇ, ਤਾਂ ਇਹ ਵੀ ਨਹੀਂ ਹੋ ਸਕਦਾ। ਇਨਫਾਈਨਾਈਟ ਟੈਂਜੈਂਟ ਹੋ ਸਕਦੇ ਨੇ ਕਿਸੇ ਸਰਕਲ। ਸਰਕਲ ਗੋਲ ਹੈ, ਕਿਸੇ ਪਾਸੇ ਵੀ ਟੈਂਜੈਂਟ ਆ ਸਕਦਾ ਹੈ, ਇਹ ਰੋਕ ਨਹੀਂ ਸਕਦਾ, ਇੱਕੋ ਜਿਹੀ ਸ਼ੇਪ ਹੈ ਸਾਰੇ ਪਾਸਿਓਂ, ਤਾਂ ਇਹ ਦੇਖ ਕੇ ਇੱਕ ਇਨਫਾਈਨਾਈਟ ਟੈਂਜੈਂਟ ਹੋ। ਕੁਐਸਚਨ ਨੰਬਰ 28, ਇਹ ਟੈਂਜੈਂਟ ਇੰਟਰਸੈਕਟ ਦਾ ਸਰਕਲ A, ਜਿਹੜਾ ਟੈਂਜੈਂਟ ਹੋਊਗਾ ਉਹ ਸਰਕਲ ਨੂੰ ਕਿੰਨੇ ਪੁਆਇੰਟ ਤੇ ਇੰਟਰਸੈਕਟ ਕਰੇਗਾ। ਦੇਖਦੇ ਹਾਂ ਤੁਹਾਡੀ ਜਨਰਲ ਨੌਲੇਜ ਕਿੰਨੀ ਕੁ ਹੈ ਮੈਥ ਦੇ ਵਿੱਚ। ਕੋਈ ਟੈਂਜੈਂਟ ਹੈ ਉਹ ਸਰਕਲ ਨੂੰ ਕਿੰਨੇ ਪੁਆਇੰਟਾਂ ਦੇ ਉੱਤੇ ਟੱਚ ਕਰਕੇ ਜਾਊਗਾ, 1 ਪੁਆਇੰਟ ਜਾਂ 2 ਡਿਸਟਿੰਕਟ ਪੁਆਇੰਟ ਜਾਂ 8 ਦਾ ਸਰਕਲ ਜਾਂ ਨਨ ਆਫ ਦਾ ਅਬਵ। ਦੇਖਦੇ ਹਾਂ ਜੀ, ਵੇਟਿੰਗ 10 ਕਾਊਂਟ ਕਰਦਾ ਮੈਂ, ਦੇਖਦਾ ਕਿੰਨੇ ਆਂਸਰ ਆਉਂਦੇ ਨੇ। 1 2 3 4 5 6 7 8 9 10। ਟਾਈਮ ਓਵਰ। ਠੀਕ ਹੈ ਜੀ, ਤੁਹਾਡਾ ਟਾਈਮ ਓਵਰ ਹੋਇਆ। ਤਾਂ ਜਿਹੜਾ ਆਪਣੇ ਕੋਲ ਟੈਂਜੈਂਟ ਹੁੰਦਾ ਹੈ ਉਹ ਇੰਟਰਸੈਕਟ ਕਰਦਾ ਓਨਲੀ 1 ਪੁਆਇੰਟ ਤੇ। ਦੇਖੋ ਤੁਸੀਂ ਆਹ ਟੈਂਜੈਂਟ ਬਣਾਓ, ਸਿਰਫ ਇੱਕ ਪੁਆਇੰਟ ਤੇ ਟੱਚ ਕਰੇਗਾ। ਤੁਸੀਂ ਆਹ ਟੈਂਜੈਂਟ ਬਣਾਓ, ਇੱਧਰ ਇੱਕ ਪੁਆਇੰਟ ਤੇ ਟੱਚ ਕਰੇਗਾ। ਆਹ ਟੈਂਜੈਂਟ ਇੱਕ ਪੁਆਇੰਟ ਤੇ ਟੱਚ ਕਰੇਗਾ, ਆਹ ਟੈਂਜੈਂਟ ਇੱਕ ਪੁਆਇੰਟ ਤੇ। ਤਾਂ ਓਨਲੀ 1 ਪੁਆਇੰਟ ਤੇ ਜਿਹੜਾ ਇੱਕ ਟੈਂਜੈਂਟ ਹੁੰਦਾ ਉਹ ਟੱਚ ਕਰਦਾ। 8 ਦਾ ਸਰਕਲ, 8 ਦਾ ਸਰਕਲ ਤਾਂ ਬਹੁਤ ਸਾਰੇ ਟੈਂਜੈਂਟ ਟੱਚ ਕਰਨਗੇ, ਇੱਕ ਥੋੜੀ। ਉਹਨਾਂ ਨੇ ਇੱਕ ਟੈਂਜੈਂਟ ਪੁੱਛਿਆ, ਇਹ ਟੈਂਜੈਂਟ, ਇਹ ਟੈਂਜੈਂਟ 2 ਤੇ ਤਾਂ ਕਰ ਨਹੀਂ ਸਕਦਾ। ਅਗਰ 2 ਤੇ ਕਰੇਗਾ ਤਾਂ ਮੰਨ ਲਓ ਆ ਹੈ, ਉਹਦੇ ਕਰੇਗਾ ਤਾਂ ਵਿਚਾਲਦੀ ਜਾਏਗਾ, ਵਿਚਾਲਦੀ ਜਾਏਗਾ ਤਾਂ ਉਹ ਟੈਂਜੈਂਟ ਨਹੀਂ, ਉਹ ਕੀ ਬਣ ਜਾਏਗੀ ਆਪਣੇ ਕੋਲ, ਕੋਡ ਬਣ ਜਾਏਗੀ। ਕੀ ਬਣ ਜਾਏਗੀ, ਕੋਡ, CHORD, ਕੋਡ। ਕਲੀਅਰ। ਆਪਸ਼ਨ ਨੰਬਰ A ਰਾਈਟ। ਜਿਨ੍ਹਾਂ ਨੇ ਵੀ A ਦਿੱਤਾ ਆਪਸ਼ਨ, ਬਿਲਕੁਲ ਰਾਈਟ। ਇਹ ਸਰਕਲ ਕੈਨ ਹੈਵ ਪੈਰਲਲ ਟੈਂਜੈਂਟ ਕਿੰਨੇ ਹੋ ਸਕਦੇ ਜੀ ਇੱਕ ਟਾਈਮ ਤੇ, ਸਿੰਗਲ ਟਾਈਮ ਤੇ ਪੈਰਲਲ ਟੈਂਜੈਂਟ। ਇਹ ਵੀ ਤੁਹਾਡੀ ਮੈਥਮੈਟਿਕ ਨੌਲੇਜ ਚੈੱਕ ਕਰਨ ਦੇ ਲਈ ਹੈ ਕੁਐਸਚਨ। ਦੇਖਦੇ ਹਾਂ ਕਿਹਨੂੰ ਆਉਂਦਾ ਪੈਰਲਲ ਟੈਂਜੈਂਟ। ਇਹਦੇ ਲਈ ਤਾਂ ਸਿਰਫ 5 ਸੈਕਿੰਡ ਹੀ ਮਿਲਣੇ ਚਾਹੀਦੇ ਨੇ। 1 2 3 4 5, ਹੈ ਨਾ, ਬਹੁਤ ਹੈ। ਚਲੋ 5 ਬੋਲਦੇ, 6 7 8 9 10। 10 ਸੈਕਿੰਡ ਤੁਹਾਡੇ ਕੰਪਲੀਟ, ਟਾਈਮ ਓਵਰ। ਤਾਂ ਜੀ ਕਿਸੇ ਵੀ ਸਰਕਲ ਦੇ 2 ਪੈਰਲਲ ਟੈਂਜੈਂਟ ਹੋ ਸਕਦੇ ਆ। ਦੇਖੋ ਇੱਕ ਆਹ ਟੈਂਜੈਂਟ, ਇੱਕ ਆਹ ਟੈਂਜੈਂਟ, ਬਸ ਇਹ ਦੋਨੋਂ ਪੈਰਲਲ ਹੋ ਸਕਦੇ ਆ। ਕੋਈ ਤੀਜਾ ਟੈਂਜੈਂਟ ਤਾਂ ਇਹਨਾਂ ਦੋਨਾਂ ਦੇ ਪੈਰਲਲ ਨਹੀਂ ਹੋ ਸਕਦਾ। ਹੁਣ ਵਿਚਾਲ ਦੀ ਤਾਂ ਕੋਈ ਟੈਂਜੈਂਟ ਕੱਢ ਨਹੀਂ ਸਕਦੇ ਆਪਾਂ, ਵਿਚਾਲ ਦੀ ਤਾਂ ਇਕੱਲਾ ਡਾਇਆਮੀਟਰ ਜਾ ਸਕਦਾ। ਅਗਰ ਆਪਾਂ ਐਂ ਕੱਢਾਂਗੇ ਤਾਂ ਇਕੱਲਾ ਡਾਇਆਮੀਟਰ ਜਾ ਸਕਦਾ। ਤਾਂ ਟੈਂਜੈਂਟ ਸਿਰਫ ਇੱਕ ਤੇ ਦੋ ਟੈਂਜੈਂਟ ਇੱਕ ਸਿੰਗਲ ਟਾਈਮ ਤੇ ਕੀ ਹੋ ਸਕਦੇ ਨੇ, ਪੈਰਲਲ ਹੋ ਸਕਦੇ ਨੇ। ਤਾਂ ਆਪਸ਼ਨ ਨੰਬਰ B, 2 ਕਲੀਅਰ ਹੋ ਗਿਆ। ਕੁਐਸਚਨ ਨੰਬਰ 29। Question number 30. The distance between two parallel tangent to a circle of radius 5 centimeter is, देखो radius 5 centimeter है, radius 5 centimeter है। ਤਾਂ distance बता दसनी है ਆਪਾਂ ਦੋ parallel tangent ਦੇ ਵਿਚਕਾਰ, ਇੱਕ ਆਹ tangent और एक आह tangent, सॉरी ਟੈਪ ਲਿਖਣਾ ਬਹੁਤ ਔਖਾ। ਠੀਕ ਹੈ, ਇੱਕ ਆਹ tangent ਆਪਣੇ ਕੋਲ, ਇਹਨਾਂ ਦੋਨਾਂ ਦੇ ਵਿਚਕਾਰ distance ਦੱਸਣੀ ਹੈ। ਆਹ ਵਾਲੀ distance, ਯਾਨੀ ਕਿ ਆਹ ਵਾਲੀ distance ਕਿੰਨੀ ਹੋਏਗੀ। ਤਾਂ ਬਿਲਕੁਲ ਪੈਟ ਜਾ ਕੁਐਸਚਨ ਹੈ, ਸਿੱਧਾ ਸਿੱਧਾ। 1 2 3 4 5 ਸੈਕਿੰਡ ਹੋ ਗਏ। ठीक है, 6 7 8 9 10, 10 क्वेश्चन 10 सेकंड कंप्लीट हो चुके हैं। देखो 5 आह 5 आह, ਤਾਂ ਪੂਰੀ ਦਾ ਡਾਇਆਮੀਟਰ ਬਣ ਜਾਏਗਾ। ਤੇ ਡਾਇਆਮੀਟਰ ਹੀ ਤਾਂ ਇਹਨਾਂ ਦੋ ਟੈਂਜੈਂਟ ਦੇ ਵਿਚਕਾਰ ਡਿਸਟੈਂਸ ਹੁੰਦੀ ਹੈ। ਤਾਂ ਯਾਨੀ ਕਿ ਆਲ ਓਵਰ ਕੀ ਹੋ ਗਿਆ ਇਹ 10 ਸੈਂਟੀਮੀਟਰ। ਆਪਸ਼ਨ ਨੰਬਰ ਕਿੰਨੇ 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 C। ਠੀਕ ਹੈ ਜੀ, ਓਕੇ। ਆ ਟੇਡਾ ਵਿੰਗਾ ਉੱਤੋਂ ਦੀ ਚੜ ਕੇ ਥੱਲੇ ਆ ਗਿਆ। A line which connect any 2 point on a circle is known as, I think ਮੈਂ ਦਾ ਆਨਸਰ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਦੇਖਦੇ ਹਾਂ ਸਮਝਣ ਵਾਲੇ ਸਮਝ ਜਾਣਗੇ। ਮੈਂ ਸਿਰਫ ਇੱਥੇ ਟਾਈਮ ਹੀ ਕਾਊਂਟ ਕਰਨਾ ਹੈ, ਬਾਕੀ ਤਾਂ ਤੁਸੀਂ ਆਨਸਰ ਦੇਣਾ। 1 2 3 4 5 6 7 8 9 10 11 12। ਚਲੋ ਜੀ 12 ਸੈਕਿੰਡ ਤੁਹਾਨੂੰ ਦੇ ਦਿੱਤੇ ਸੀਗੇ। ਤਾਂ ਆਪਾਂ ਕਿਹਾ, ਇਹਨਾਂ ਨੇ ਕਿਹਾ ਇਹ ਲਾਈਨ ਵਿੱਚ ਕਨੈਕਟ ਐਨੀ 2 ਪੁਆਇੰਟ, ਐਨੀ 2 ਪੁਆਇੰਟ ਕਿਹਾ।
ਐਨੀ 2 ਪੁਆਇੰਟ ਤਾਂ ਆ ਵੀ ਹੋ ਸਕਦੇ ਨੇ, ਆ ਵੀ ਹੋ ਸਕਦੇ ਨੇ, ਆ ਵੀ ਹੋ ਸਕਦੇ ਨੇ, ਆ ਵੀ ਹੋ ਸਕਦੇ ਨੇ। ਤਾਂ ਜਿਹੜੀ ਐਨੀ 2 ਪੁਆਇੰਟ ਨੂੰ ਕਨੈਕਟ ਕਰਦੀ ਹੋਵੇ ਉਹ ਕੀ ਹੁੰਦੀ ਹੈ? ਕੋਡ। ਕੀ ਦੱਸਿਆ ਸੀ? ਕੋਡ। ਆਪਸ਼ਨ ਨੰਬਰ ਰੇਡੀਅਸ ਹੋ ਨਹੀਂ ਸਕਦੀ। ਦੇਖੋ ਰੇਡੀਅਸ ਕਿਵੇਂ ਹੋਏਗੀ? ਰੇਡੀਅਸ ਤਾਂ ਸਿਰਫ ਇੱਕ ਪੁਆਇੰਟ ਨੂੰ ਕਨੈਕਟ ਕਰੇਗੀ, ਬਸ ਉਹਦੇ ਚ ਰੁਕ ਜਾਏਗੀ। ਪੈਰੀਮੀਟਰ, ਪੈਰੀਮੀਟਰ ਤਾਂ ਬਾਉਂਡ ਦੀ ਹੁੰਦੀ ਹੈ। ਤੁਸੀਂ ਆਪਸ਼ਨ ਤੋਂ ਵੀ ਵੈਸੇ ਜੱਜ ਕਰ ਸਕਦੇ ਹੋ, ਨਹੀਂ ਆਉਂਦਾ ਹੁੰਦਾ ਪੈਰੀਮੀਟਰ ਤਾਂ ਬਾਉਂਡ ਦੀ ਹੁੰਦੀ ਹੈ। ਠੀਕ ਹੈ। ਡਾਇਆਮੀਟਰ, ਡਾਇਆਮੀਟਰ ਜ਼ਰੂਰ ਆਪ ਇਸ ਦੇ ਵਿੱਚ ਭੁਲੇਖਾ ਪਾਉਂਦਾ, ਪਰ ਐਨੀ ਕਿਹਾ ਉਹਨਾਂ ਨੇ, ਐਨੀ 2 ਪੁਆਇੰਟ। ਡਾਇਆਮੀਟਰ ਤਾਂ ਸਿਰਫ ਸੈਂਟਰ ਵਿੱਚ ਦੀ ਪਾਸ ਕਰੇਗਾ, ਸੈਂਟਰ ਵਿੱਚ ਦੀ। ਉਹਨਾਂ ਨੇ ਆਪਾਂ ਨੂੰ ਕਿਹਾ ਐਨੀ, ਐਨੀ ਤਾਂ ਕਿਤੇ ਵੀ ਹੋ ਸਕਦਾ, ਜਿਹੜਾ ਕਿਤੇ ਵੀ ਹੋ ਸਕਦਾ ਉਹ ਹੁੰਦਾ ਕੋਡ। ਕਲੀਅਰ ਜੀ। ਕੁਐਸਚਨ ਨੰਬਰ 21 ਇਹ ਸੀਗਾ ਆਪਣੇ ਕੋਲ ए ऑप्शन, बी ऑप्शन, आह सी और आह डी। तो सी ऑप्शन राइट। चलो जी, रासायनिक अपनी क्लास सी, छोटी जी क्लास। सर्कल अपना कंप्लीट हो चुका है, ज़्यादा ये कुछ है नहीं सीगा। ते बस अपना डन हो चुका सर्कल, तो कॉनिक भी अपना डन हो चुका है जी पूरा। आई होप ਤੁਹਾਨੂੰ ਵਧੀਆ ਲੱਗਿਆ ਹੋਵੇਗਾ ਪੂਰਾ ਕਨਸੈਪਟ ਸਾਰਾ। ਕੋਨਿਕ ਟੈਸਟ ਚੰਗੀ ਤਰ੍ਹਾਂ ਸਮਝਾਇਆ ਹੋਵੇਗਾ, ਤੁਸੀਂ ਇੰਜੋਏ ਵੀ ਕੀਤਾ ਹੋਵੇਗਾ ਤੇ ਕਲਾਸ ਤੁਹਾਨੂੰ ਅਮੇਜ਼ਿੰਗ ਲੱਗੀਆਂ ਹੋਣਗੀਆਂ। ਜਿੰਨੇ ਵੀ ਤੁਹਾਡੇ ਡਾਊਟਸ ਵਗੈਰਾ ਕਲੀਅਰ ਹੋ ਗਏ ਹੋਣਗੇ ਸਾਰੇ। ਠੀਕ ਹੈ ਜੀ। ਬੋਰਿੰਗ ਬਿਲਕੁਲ ਨਹੀਂ ਲੱਗੀ ਹੋਈ ਕਲਾਸ, ਮੈਨੂੰ ਉਮੀਦ ਹੈਗੀ ਹੈ ਇਹ। ਬਾਕੀ ਦੇਖੋ ਕਿਸੇ ਦਾ, ਹਰ ਸਟੂਡੈਂਟ ਦਾ ਆਪਣਾ ਆਪਣਾ ਵੇ ਹੁੰਦਾ ਨਾ ਸਟੱਡੀ ਕਰਨ ਦਾ, ਉਹ ਵੀ ਮੈਟਰ ਕਰਦਾ ਇਹਦੇ ਵਿੱਚ ਕਿ ਆਪਾਂ ਨੂੰ ਕਲਾਸ ਕਿੱਦਾਂ ਦੀ ਲੱਗਦੀ ਹੈ। ਬਟ ਮੇਰੇ ਅਕੋਰਡਿੰਗ ਜਿੰਨਾ ਮੈਂ ਕੀਤੀ ਹੈ, ਤਾਂ ਮੇਰੇ ਅਕੋਰਡਿੰਗ ਬੋਰਿੰਗ ਨਹੀਂ ਲੱਗਣੀ ਚਾਹੀਦੀ। ਮੈਂ ਇੱਕ ਹਰ ਕੰਸੈਪਟ ਨੂੰ ਬੜੀ ਵਧੀਆ ਤਰੀਕੇ ਨਾਲ ਡੀਲ ਕੀਤਾ। ਤਾਂ ਠੀਕ ਹੈ ਜੀ। ਤੇ ਇੱਕ ਤੁਹਾਡੇ ਲਈ ਇਨਫੋਰਮੇਸ਼ਨ ਹੈ ਕਿ ਆਪਾਂ ਜਿਹੜੀ ਉਹ ਸੀਗੀ ਟੈਸਟ ਸੀਰੀਜ਼ ਉਹ ਜਲਦੀ ਸਟਾਰਟ ਕਰਨ ਜਾ ਰਹੇ ਹਾਂ। ਮੇ ਬੀ ਥਰਸਡੇ ਤੱਕ ਦਾ ਲਾਸਟ ਡੇ ਹੋਏਗਾ ਜਿਹੜੀ ਵੀ ਜੁਆਇਨਿੰਗ ਦਾ। ਤੁਸੀਂ ਥਰਸਡੇ ਤੱਕ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਉੱਪਰ ਮੈਸੇਜ ਕਰ ਸਕਦੇ ਹੋ। ਕੱਲ ਤੁਹਾਨੂੰ ਨੰਬਰ ਵੀ ਮਿਲ ਜਾਏਗਾ, ਜਿਸ 'ਤੇ ਤੁਸੀਂ ਵਟਸਐਪ ਨੰਬਰ 'ਤੇ ਮੈਸੇਜ ਕਰਕੇ ਤੁਸੀਂ ਆਪਣੀ ਕਨਫਰਮੇਸ਼ਨ ਕਰਵਾ ਸਕਦੇ ਹੋ। ਠੀਕ ਹੈ ਜੀ। ਸ਼ਡਿਊਲ ਵੀ ਆਪਾਂ ਫਿਰ ਬਣਾ ਲਵਾਂਗੇ ਟੈਸਟਾਂ ਦਾ, ਤਾਂ ਉਹ ਅਜੇ ਪ੍ਰੋਸੈਸ ਚੱਲ ਰਿਹਾ ਹੈ। ਤੁਹਾਨੂੰ ਇਨਫੋਰਮ ਕਰ ਦਿੱਤਾ ਜਾਏਗਾ। ਜਿਹੜੇ ਵੀ ਮਤਲਬ ਕਰਨਾ ਚਾਹੁੰਦੇ ਨੇ, ਜੁਆਇਨ ਕਰਨਾ ਚਾਹੁੰਦੇ ਨੇ, ਤਾਂ ਪਲੀਜ਼ ਉਹ ਮੈਸੇਜ ਜ਼ਰੂਰ ਕਰ ਦਿਓ ਇੱਕ ਵਾਰ ਟੈਲੀਗ੍ਰਾਮ 'ਤੇ। ਤੇ ਬਾਕੀ ਕੱਲ ਤੁਹਾਨੂੰ ਫਿਰ ਉਹ ਵੀ ਮਿਲ ਜਾਏਗਾ, ਕੰਟੈਕਟ ਨੰਬਰ ਵੀ ਮਿਲ ਜਾਏਗਾ ਵਟਸਐਪ ਵਾਲਾ, ਤਾਂ ਤੁਸੀਂ ਉਸ 'ਤੇ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਟੈਸਟ ਜਿਹੜੀ ਹੈ ਜੀ ਆਪਣੀ ਪੇਡ ਹੋਏਗੀ, ਤੁਹਾਨੂੰ ਸਭ ਨੂੰ ਪਤਾ ਹੈ। ਬਿਲਕੁਲ ਮਿਨੀਮਮ ਜੀ ਅਮਾਊਂਟ ਰੱਖੀ ਆ, ਮਤਲਬ ਬਿਲਕੁਲ ਥੋੜੀ ਅਮਾਊਂਟ ਆਪਾਂ ਰੱਖੀ ਹੈਗੀ ਆ। ਅਬਾਊਟ 600 ਉਹਦੀ ਅਮਾਊਂਟ ਹੋਏਗੀ, ਜ਼ਿਆਦਾ ਆਪਾਂ ਕੋਸਟਲੀ ਨਹੀਂ ਰੱਖੀ। ਤਾਂ ਤੁਹਾਨੂੰ ਉਹਦੇ ਵਿੱਚ ਸਾਰੇ ਹੀ ਟੈਸਟ ਜਿੰਨੇ ਹੈਗੇ ਟੌਪਿਕ ਵਾਈਜ਼ ਟੈਸਟ ਮਿਲਣਗੇ। ਹਾਫ ਸਿਲੇਬਸ ਦਾ ਵੀ ਮਿਲ ਸਕਦਾ, ਤਾਂ ਵੀ ਠੀਕ ਹੈ ਜੀ। ਜਿੰਨੇ ਵੀ ਆਪਣੇ ਟੈਸਟ ਹੋਣਗੇ ਆਪਾਂ ਉਹ ਕਵਰ ਕਰਦੇ ਰਵਾਂਗੇ। ਓਕੇ ਜੀ। ਤਾਂ ਠੀਕ ਹੈ, ਚਲੋ ਮਿਲਦੇ ਹਾਂ ਜੀ ਕੱਲ ਫਿਰ ਆਪਾਂ ਪ੍ਰੀਵੀਅਸ ਈਅਰ ਦੇ MCQs ਨਾਲ। ਅੱਜ ਟਾਈਮ ਵੀ ਬਹੁਤ ਘੱਟ ਸੀਗਾ, ਜਲਦੀ ਜਲਦੀ ਦੇ ਵਿੱਚ ਕਲਾਸ ਬਣਾਈ। ਠੀਕ ਹੈ ਜੀ। ਚਲੋ ਮਿਲਦੇ ਹਾਂ ਜੀ ਕੱਲ। ਟੇਕ ਕੇਅਰ, ਬਾਏ ਬਾਏ।